ये साइकिल मार्च आप 12 मार्च से शुरू करेंगे। यहाँ 85 साल के अनुभवी बुजुर्ग से लेके इस मार्च में बाबूजी शामिल हैं और 15 साल के टीनेजर भी। जो मीटिंगें हुई हैं, जो आपस में बातचीत हुई है, उसको लाइव क्यों नहीं कर देते? पता लग जाएगा। हिंदुस्तान में नहीं, सारा संसार ये मान चुका है अब ये किसानों के साथ, मजदूरों के साथ, देश की जनता के साथ एक बहुत बड़ा धोखा कराया है। मैं पोस्ट ग्रेजुएट हूँ, मेरे बेटे हाई कोर्ट में वकील हैं। क्या हम पढ़े लिखे नहीं? हमें कानून का नहीं पता है? हमें बैल की जरूरत है, ट्रैक्टर की जरूरत है, ये हमें कह दें भाई ये दे दें सड़क कुटने वाला। बताओ हमारे के काम का? हमें तो ट्रैक्टर चाहिए। 6 साल 7 साल हो चुके हैं, कहाँ आए? किसी के खाते में आए भाई? किसी के खाते में आए हो? किसी को नौकरी मिली हो, नया रोजगार मिला हो? पहले जो रोजगार थे उनको भी खोसन लग रहे हैं। ये लगा कि जिस हिसाब से पेट्रोल वगैरह महंगे हो रहे हैं तो लोगों के पास भी इतने साधन नहीं है और हमारे पास भी नहीं है। हमारे पास सीमित साधन है, जितना हमसे हुआ हमने उसकी शुरुआत कर दी। ਤੁਸੀਂ ਤਸਵੀਰਾਂ ਦੇਖ ਰਹੇ ਹੋ ਸਿੰਘੂ ਬਾਰਡਰ ਤੋਂ। ਇੱਥੇ ਕੁਝ ਨੌਜਵਾਨ ਨੇ, ਬਜ਼ੁਰਗ ਨੇ ਜੋ ਕਿ ਸਾਈਕਲਾਂ ਤੇ ਕਿਸਾਨਾਂ ਦੇ ਹੱਕਾਂ ਦੇ ਵਿੱਚ ਪ੍ਰਚਾਰ ਕਰਨ ਲਈ ਕੰਨਿਆ ਕੁਮਾਰੀ ਤੋਂ ਕਸ਼ਮੀਰ ਤੱਕ ਸਾਈਕਲ ਮਾਰਚ ਕੱਢਿਆ ਜਾ ਰਿਹਾ ਹੈ। ਸਾਡੇ ਨਾਲ ਬਜ਼ੁਰਗ ਨੇ, ਉਹਨਾਂ ਨਾਲ ਗੱਲ ਕਰਾਂਗੇ ਤੇ ਸਾਈਕਲਾਂ ਤੇ ਇਹਨਾਂ ਨੇ ਕਿਸਾਨਾਂ ਦੇ ਹੱਕਾਂ ਵਿੱਚ ਪ੍ਰਚਾਰ ਕਰਨਾ ਹੈ। ਜ਼ਰੂਰ ਗੱਲ ਕਰਾਂਗੇ। ਹਾਂਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਵਾਹਿਗੁਰੂ। ਅੱਛਾ, ਹਾਂਜੀ। ਕੀ ਨਾਮ ਹੈ ਜੀ? ਕੁਲਦੀਪ ਸਿੰਘ। ਮੈਂ ਕੀ ਇਹਦੇ ਬਾਰੇ ਦੱਸੋਗੇ ਜੀ? ਜਿਹੜਾ ਇਹ ਸਾਈਕਲ ਮਾਰਚ ਕੱਢਿਆ ਜਾ ਰਿਹਾ ਹੈ, ਵੱਖਰਾ ਉਪਰਾਲਾ ਕੀਤਾ ਜਾ ਰਿਹਾ ਹੈ, ਕੰਨਿਆ ਕੁਮਾਰੀ ਤੋਂ ਕਸ਼ਮੀਰ ਤੱਕ ਇਹ ਸਾਈਕਲ ਮਾਰਚ ਜਾ ਰਿਹਾ ਹੈ। ਹਾਂਜੀ ਹਾਂਜੀ, ਇਹ ਨੌਜਵਾਨ ਜਿਹੜੇ ਨੇ ਬੜੇ ਸਿਦਕ ਨਾਲ ਲੱਗੇ ਹੋਏ ਆ। ਇਹ ਕਹਿੰਦੇ ਵੀ ਅਸੀਂ ਹਰ ਜਿਹੜੇ ਸ਼ਹਿਰ 'ਚ ਜਿੱਥੇ ਵੀ ਜਾਂਦੇ ਆ ਉੱਥੇ ਇਹਦਾ ਪ੍ਰਚਾਰ ਕਿਸਾਨੀ ਮੰਗਾਂ ਦਾ ਕਰਦੇ ਆ। ਕਿਸਾਨੀ ਜਿਹੜਾ ਅੰਦੋਲਨ ਚੱਲ ਰਿਹਾ ਉਹ ਸੰਘਰਸ਼ ਦੇ ਹਮਾਇਤ ਦੇ ਵਿੱਚ ਇਹ ਜਿਹੜਾ ਡਿਸਟੈਂਸ ਹੈ ਇਹ ਪ੍ਰੋਪਰ ਦੱਸ ਦੇਣਗੇ। ਮੇਰਾ ਖਿਆਲ 7-8 ਹਜ਼ਾਰ ਕਿਲੋਮੀਟਰ ਤੋਂ ਘੱਟ ਨਹੀਂ ਹੈ। 8300 ਕਿਲੋਮੀਟਰ ਦਾ ਇਹ ਜਿਹੜਾ ਤੈਅ ਕਰਨਗੇ। ਇਹ ਥਾਂ ਤੇ ਜਿੱਥੇ ਵੀ ਕੋਈ ਸ਼ਹਿਰ ਆਉਂਦਾ, ਪਿੰਡ ਆਉਂਦਾ, ਉੱਥੇ ਖੜ੍ਹ ਕੇ ਫਿਰ ਇਹ ਜਲਸਾ ਵੀ ਟਾਈਪ ਜਿਹੜੀ ਆ ਉਹਦਾ ਪ੍ਰਚਾਰ ਜਿਹੜੀ ਆ ਮੁਹਿੰਮਾਂ ਦਾ ਇਹਨਾਂ ਨੇ ਹਿੰਦੀ ਦੇ ਵਿੱਚ ਵੀ ਬਣਾਇਆ ਹੋਇਆ। ਆਪਣਾ ਜੋ ਪ੍ਰੋਗਰਾਮ ਹੈ ਉਹਦਾ ਲੱਠਾ ਹੁਣ ਪੰਜਾਬੀ ਵਿੱਚ ਵੀ ਕੀਤਾ ਹੋਇਆ ਤੇ ਸਾਰੇ ਇੱਥੋਂ ਜਿੰਨੇ ਵੀ ਦੇਖ ਲਓ ਵੀ ਕੰਨਿਆ ਕੁਮਾਰੀ ਤੋਂ ਸਾਰਾ ਹਿੰਦੁਸਤਾਨ ਕਵਰ ਹੋ ਜਾਂਦਾ ਕਸ਼ਮੀਰ ਤੱਕ। ਇਸ ਕਰਕੇ ਅਸੀਂ ਸਮਝਦੇ ਹਾਂ ਕਿ ਇਹ ਨੌਜਵਾਨਾਂ ਦਾ ਸੰਯੁਕਤ ਮੋਰਚੇ ਵੱਲੋਂ ਵੀ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ। ਜਿਹੜੇ ਇਹ ਗੱਭਰੂ ਨੌਜਵਾਨ ਵਿਚਾਰੇ ਇੰਨੀ ਮਿਹਨਤ ਕਰਕੇ ਇਹ ਦੇਖੋ ਐਡੀ ਮੰਗਾਂ ਦਾ ਪ੍ਰਚਾਰ ਕਰਕੇ, ਜੇ ਸਰਕਾਰ ਹੁਣ ਵੀ ਜਜ਼ਬਾ ਨਹੀਂ ਸਮਝਦੀ, ਅਸੀਂ ਸਮਝਦੇ ਹਾਂ ਬਹੁਤ ਗੱਲ ਸਰਕਾਰ ਦੇ ਮੁਤਾਬਕ ਗਲਤ ਆ। ਸਰਕਾਰ ਦਾ ਰਵੱਈਆ ਬੜਾ ਅੜੀਅਲ ਹੈ। ਪਰ ਇਹ ਜਿਹੜਾ ਇਹਨਾਂ ਦੀ ਮੁਹਿੰਮ ਆ, ਅਸੀਂ ਇਹਨਾਂ ਨੂੰ ਪੂਰੀ ਦਾਦ ਦਿੰਦੇ ਹਾਂ, ਇਹਨਾਂ ਦੇ ਨਾਲ ਆ। ਔਰ ਲੋਕਾਂ ਨੂੰ ਵੀ ਅਸੀਂ ਇਹ ਅਪੀਲ ਕਰਦੇ ਹਾਂ ਕਿ ਇਹਨਾਂ ਨੂੰ ਜਿੱਥੇ ਵੀ ਜਾਂਦੇ ਆ, ਜਿਹੜੇ ਸੂਬੇ ਦੇ ਵਿੱਚੋਂ ਵੀ ਗੁਜ਼ਰਨਗੇ, ਇਹ ਸਾਰੇ ਉਹਨਾਂ ਦਾ ਹਰ ਢੰਗ ਦੇ ਨਾਲ ਇਹਨਾਂ ਨੂੰ ਸਹਿਯੋਗ ਦੇਣ ਜਿਵੇਂ ਵੀ ਆ, ਤਾਂ ਕਿ ਇਹਨਾਂ ਨੌਜਵਾਨਾਂ ਨੂੰ ਕੋਈ ਤਕਲੀਫ ਨਾ ਹੋਵੇ, ਤਾਂ ਕਿ ਇਹਨਾਂ ਦੇ ਹੌਸਲੇ ਜਿਹੜੇ ਆ ਉਹ ਬੁਲੰਦ ਰਹਿਣ। ਇਸੇ ਤਰ੍ਹਾਂ ਇਹ ਮੁਹਿੰਮਾਂ ਨੂੰ, ਜਿਹੜੀਆਂ ਜਨਤਕ ਮੁਹਿੰਮਾਂ ਲੋਕਾਂ ਦੀਆਂ ਲਹਿਰਾਂ ਨੇ, ਉਹਦੇ ਵਿੱਚ ਹਿੱਸਾ ਲੈਂਦੇ ਰਹਿਣ। ਇਹ ਵੀ ਬਹੁਤ ਕੁਝ ਸਿੱਖਣਗੇ, ਸਾਰਾ ਸੱਭਿਆਚਾਰ ਦੇਖਣਗੇ, ਕਿਉਂਕਿ ਬਹੁਤ ਵੱਖ-ਵੱਖ ਸੱਭਿਆਚਾਰ ਆ। ਕਸ਼ਮੀਰ ਤੋਂ ਕੰਨਿਆ ਕੁਮਾਰੀ, ਕੰਨਿਆ ਕੁਮਾਰੀ ਤੋਂ ਕਸ਼ਮੀਰ, ਕਿੰਨੀਆਂ ਬੋਲੀਆਂ ਬਦਲ ਜਾਂਦੀਆਂ, ਕਿੰਨਾ ਕੁਝ ਭੇਸ ਬਦਲ ਜਾਂਦੇ ਆ, ਕਿੰਨਾ ਮੌਸਮ ਬਦਲ ਜਾਂਦਾ, ਕਿੰਨਾ ਸੱਭਿਆਚਾਰ, ਲੈਂਗੁਏਜ, ਬਹੁਤ ਕੁਝ ਬਦਲ ਜਾਂਦਾ। ਸੋ ਇਹ ਵੀ ਬਹੁਤ ਕੁਝ ਆਪਣੇ ਪਿੰਡੇ 'ਤੇ ਹੰਡਾਉਂਦੇ ਹੋਏ ਇਹ ਸਾਰੇ ਲੋਕਾਂ ਦਾ ਜਾਣਨਗੇ ਵੀ ਹਿੰਦੁਸਤਾਨ ਬਾਰੇ ਵਾਕਫੀਅਤ ਇਹਨਾਂ ਦੀ ਹੋਊਗੀ। ਇਹਨਾਂ ਦੇ ਤਜਰਬੇ ਵੀ ਬਹੁਤ ਵੱਡਮੁੱਲਾ ਤਜਰਬਾ ਇਹ ਹਾਸਲ ਕਰਨਗੇ। ਇਸ ਜਿਹੜਾ ਇਹ ਇਹਨਾਂ ਦਾ ਸਾਈਕਲ ਮਾਰਚ ਜੀ ਨੌਜਵਾਨ ਵੀ ਨੇ ਸਾਡੇ ਨਾਲ, ਉਹਨਾਂ ਨਾਲ भी गल करांगे। ਅੱਗੇ आ जाओ, थोड़ा ਇੱਥੇ आ जाओ। क्या नाम है आपका? विकास नाम है मेरा। ये साइकिल मार्च आप 12 मार्च से शुरू करेंगे। यहाँ 85 साल के अनुभवी बुजुर्ग से लेके इस मार्च में बाबूजी शामिल हैं और 15 साल के टीनेजर भी। और ये 20 राज्यों की राजधानी में और जितने भी शिक्षण संस्थान, जितनी भी यूनिवर्सिटी, कॉलेज, मंदिर, मस्जिद, गुरुद्वारे, चर्च, सब जगह जाएंगे। इस पूरे आंदोलन को गांव-गांव, घर-घर तक ले जाना इस पूरे साइकिल मार्च का मकसद है। कितने साइकिल शामिल होंगे इस मार्च में?
अभी तक लगभग 40 से ज़्यादा लोगों की सहमति है, समर्थन है, और बहुत सारे संगठन विचार कर रहे हैं, संयुक्त मोर्चा भी विचार कर रहा है। वो अगर संगठन को लेंगे तो हो सकता है बहुत ज़्यादा संख्या भी हो जाए। और जैसे आप देख रहे हैं, मैं क्यों कह रहा हूँ उनके बारे में, जैसे बाबूजी वहाँ हैं, वो पहले से ही लुधियाना से साइकिल पर आए हैं, और आज उनकी साइकिल की चाबी उनके भाई लेके चले गए। उत्साह में उन्होंने ताला ही तोड़ दिया, बोले मैं 12 मार्च का नहीं, मैं अभी से साथ हूँ आपके। तो अभी ये कुछ साइकिल लेके हम सिर्फ लोगों से बात करने के लिए, उनको ये बताने के लिए कि ये मार्च निकल रहा है कन्याकुमारी से कश्मीर तक। तो बहुत सारे लोग पूरे समय के लिए चल रहे हैं, बहुत सारे लोग कुछ समय के लिए चल रहे हैं, कुछ लोगों के घुटनों में तकलीफ़ है, वो अपनी साइकिल पे वो इलेक्ट्रिक साइकिल का इंतज़ाम कर रहे हैं। बहुत सारे लोग कल किसी ने वायदा किया कि 2 कुंटल हम यहाँ से पिन्नी आपको देंगे, इन्होंने वादा किया कि हम आपके साथ सहयोगी एक साधन भेजेंगे। तो बहुत सारे लोग बहुत कुछ कर रहे हैं, और बहुत राज्यों से ये मांग है कि यहाँ आंदोलन के कुछ लोग देश भर में आए, और देश इंतज़ार कर रहा है। ये इस पूरे के पूरे दशक की सबसे बड़ी घटना है कि पूरा देश, पूरी दुनिया एक तरीके से अन्याय के खिलाफ खड़े होने जा रही है, जिसका नेतृत्व पंजाब ने, जिसका नेतृत्व सिखों ने। बाकी ये जो कह रहे हैं कि ये आंदोलन पंजाब का है, सिखों का है, हरियाणा का है, जाटों का है, ये गलतफहमी इनकी है। आंदोलन तो पूरे देश का है, और देश के लोग खड़े हैं, 36 बिरादरी के लोग खड़े हैं, पूरा कमेरा वर्ग खड़ा है इन लुटेरों के खिलाफ। संगठित होने की देर है, कुछ ही समय में ये सब लोग सामने आओगे, और सब लोग एकजुट होकर इन्हें ये एहसास कराओगे कि ये जो है अब बंटने वाले नहीं है, समाज अब बंटने वाला नहीं है। ये बिल इन्हें वापस लेने पड़ेंगे, इससे कम में काम नहीं चलेगा, और एमएसपी गारंटी का कानून बनाना पड़ेगा, इससे कम में काम नहीं चलेगा। ਨਰਿੰਦਰ ਤੋਮਰ ਵੱਲੋਂ ਬਿਆਨ ਆਉਂਦਾ ਹੈ, ਉਹ ਕਹਿੰਦੇ ਨੇ ਕਿ ਭੀੜ ਇਕੱਠੀ ਕਰਨ ਨਾਲ ਜਾਂ ਇਦਾਂ ਦੇ ਅੰਦੋਲਨ ਕਰਨ ਨਾਲ ਬਿੱਲ ਰੱਦ ਨਹੀਂ ਹੁੰਦੇ, ਜੋ ਕਾਨੂੰਨ ਬਣੇ ਨੇ ਉਹ ਰੱਦ ਨਹੀਂ ਹੁੰਦੇ, ਉਹਨਾਂ 'ਚ ਕਮੀਆਂ ਦੱਸੀਆਂ ਜਾਣ, ਕੀ ਨੇ ਉਹਨਾਂ ਤੇ ਸੋਧ ਕੀਤੀ ਜਾਊਗੀ, किस तरह देखिए? मानसिक दरिद्रता है, झूठे नहीं है, महा झूठे हैं। एक बार नहीं, सैकड़ों बार बता चुके। अभी बाबूजी आपको बता देंगे, संयुक्त मोर्चा ने खुद बता दिया, सारी मीटिंगों में बार बार मांग करते हैं कि ये लाइव कर दें मीटिंग को। जो मीटिंगें हुई हैं, जो आपस में बातचीत हुई है, उसको लाइव क्यों नहीं कर देते? पता लग जाएगा कि किसान नेता क्या कह रहे हैं, संयुक्त मोर्चा क्या कह रहा है। और संयुक्त मोर्चा से पहले, यहाँ आने से पहले, पंजाब में जब आंदोलन चल रहा था, तब भी बहुत सारे संगठनों ने, बहुत सारे लोगों ने लिख के दिया है। ये फंसाना चाह रहे हैं, ये क्या कहें कि ये 20 क्लोज गलत हैं, चलो जी 20 में से हमने आपके 10 मान लिए, जाओ अब आप घर जाओ। ये फंसाना चाह रहे हैं, ये बार बार कह गए। इनको कई बार बता चुके, कई बार देख चुके, और ये मान भी चुके, ये स्वीकार रहे हैं कि ये पूरे के पूरे बिल में, पूरे के पूरे ड्राफ्ट में 80% कमी है। तो यही बात कह रहे हैं, जब वो सारा का सारा जो है खराब है, एक तरीके से किसान के हित में नहीं है, तो वापस ले लें। वो उलझाना चाहते हैं, इस वजह से बार बार इस विषय को उठा रहे। ये तो बहुत बार हो चुकी बात। कितना पैंडा बनता है, कितने किलोमीटर बनता है जो कन्याकुमारी से कश्मीर तक, कितने किलोमीटर का सफ़र है जी? ये लगभग इस फेज में 8,300 किलोमीटर के करीब रहेगा। 20 राज्यों में जाएंगे, और 20 राज्यों की राजधानी में, उसके बीच में जितने भी शहर हैं, कस्बे हैं, गांव हैं, शिक्षण संस्थान हैं, मंदिर हैं, मस्जिद हैं, गुरुद्वारे हैं, चर्च हैं, जितने भी जगहों पर मैक्सिमम जा सकेंगे, वहां जाके लोगों को कहेंगे। लोग तैयार हैं, पहले से ही लोग ही बुला रहे हैं। उन लोगों को साथ जोड़ते हुए ये काफिला एक तरीके से पूरे देश भर में जाएगा पहले फेज में। और फिर भी ये नहीं मान रहे, ये परीक्षा ले रहे हैं किसानों की, मजदूरों की, एक तरीके से कहें समाज की, देश की। तो ये 6 महीने की बजाय चाहे 2 साल करो। बाबूजी तो कह रहे थे भाई 6 महीने नहीं, मैं तो साल भर चलूँगा। मैं चाहे 6 साल चलना पड़ो, पीछे नहीं जाएंगे जब तक ये बिल वापस नहीं होंगे। जी जी, बाबूजी नाल भी गल कर रहे हैं। हाँ जी, क्या नाम है? मैं हरियाणा से हूँ, डिस्ट्रिक्ट जींद हरियाणा से। 85 साल मेरी उम्र है, और 26 तारीख से इस आंदोलन से जुड़े आओ। जब शंभू बॉर्डर पर पंजाब का किसान आया, देश की आज़ादी के अंदर भी पंजाब से चिंगारी उठी थी, और राजगुरु सुखदेव भगत सिंह जैसे वीरों ने शहीदी दे के हंसते हंसते फांसी के तख्ते चूम करके इस देश को आज़ाद कराया था। आज़ादी का हमें पता है किस तरह से मिली थी। और ये जो थी, सरदार भगत सिंह का सपना था, चाचा अजीत सिंह का सपना था, जिसका शहीदी दिन कल है, 23 तारीख को हम मना रहे हैं देश के लोग। तो उनका सपना था कि मेरे देश का किसान जो है, अंग्रेज यहाँ से जाएंगे और यहाँ का राज होगा, किसान मजदूर गरीब आदमी है खुशहाल होगा। लेकिन खुशहाली तो कहाँ थी? हम जो पहले से था, हमारे बुजुर्ग, मैंने आज़ादी की उसको देखा है कि इसी तरह से क्रांति थी। जो आज क्रांति है, ये उससे कम नहीं है, और इससे बड़ा कोई मुद्दा नहीं है।
हिंदुस्तान में नहीं, सारा संसार ये मान चुका है। अब ये किसानों के साथ, मजदूरों के साथ, देश की जनता के साथ एक बहुत बड़ा धोखा कराया है। हम है मोदी ने का जो राज आया, कांग्रेस से भी हमको ज़्यादा खुश नहीं थे। 72 साल के राज में किसान दुखी था और मोदी ने ऐसे जुमले दिए, ऐसे झूठे नारे दिए, मैं उन विदेशों से काला धन ले आऊँगा, 15-15 लाख रुपये आपके खातों में आएंगे, 2 करोड़ लोगों को, नौजवानों को नौकरियां दूंगा। हमें जुमला में हम फंस गए। हम वोट तो हमारी हैं, कारपोरेट की 3% वोट, किसान मजदूर, छोटे मजदूर की, दुकानदार की है 82%, 7% कर्मचारी हैं देश के अंदर। लेकिन हमारी वोटों से बढ़िया हमने वोट दिए, लेकिन हमारे साथ इतना बड़ा जुल्म देश की जनता के साथ गैरों ने नहीं किया, गोरों ने नहीं किया इतना बड़ा जुल्म। हमारे पास खेती है, हमारे को अन्नदाता कहा जाता है। 24 घंटे हमारे परिवार के बच्चा बूढ़ा, हमारी माताएं सबके सब काम करते हैं और तब अन्न उगाते हैं। अब इसके पास इन्होंने कारपोरेट घरानों को हमारी ज़मीनें देने के लिए, उसके लिए इन्होंने वो कानून बनाए, काले कानून। हमने तो नहीं मांगे किसान ने, ये कारपोरेट घराने के व्यापारी के लिए बनाए हैं, अंबानी अडानी के लिए बनाए हैं। और ये एक दिन में नहीं बने। जब कोरोना पीरियड था, कोरोना पीरियड में लोगों को कहा गया भाई कोरोना है, उसी काल में है इन्होंने जल्दबाजी में रात को एक कानून बना के तैयार कर दिए। पर वो तो कह रहे हैं कि किसानों को नॉलेज नहीं है क्या कानून है। 12 गेट की मीटिंग हो गई है, तो ये तो बता ही नहीं सके कि इसमें काला क्या है, काले कानून मैं बोल रहे सबसे हैं। छोटा किसान हूँ, छोटा आदमी हूँ, मैं पोस्ट ग्रेजुएट हूँ, मेरे बेटे हाई कोर्ट में वकील हैं। क्या हम पढ़े लिखे ने, हमें कानून का नहीं पता है? अबे मैं भैंस से ये दूध आड़ी और ये कहे कि कुत्ते ने घोड़ा दे दिया। अरे हमें पता है हमें क्या चीज़ चाहिए। हमें बैल की ज़रूरत है, ट्रैक्टर की ज़रूरत है। ये हमें कह दें भाई ये दे दें सड़क कुटने वाला, बताओ हमारे के काम का, हमें तो ट्रैक्टर चाहिए। कानून हमारे हक के नहीं है, कानून कारपोरेट घरानों के हैं। वो तो बोल रहे हैं कि हम शोध करते हैं, बताओ क्या गलत है। शोध से क्या है, झूठा है, हम विश्वास नहीं करते। इतना झूठा आदमी जिसने जितने वायदे किए, 6 साल 7 साल हो चुके हैं, कहाँ आए? किसी के खाते में आए भाई? किसी के खाते में आए हो? किसी को नौकरी मिली हो, नया रोजगार मिला हो? पहले जो रोजगार थे उनको भी खोसन लग रहे हैं। अब मैं हरियाणा की बातें बताता हूँ कि हरियाणा के अंदर 99 बिजली बोर्ड के SDO लगाए हैं, जिसकी परसों लिस्ट आई है। 99 में से 71 जो हैं लड़के गुजरात के हैं। क्या हरियाणा के अंदर कोई बच्चा नहीं था? ये सारे गुजरातियों ने इस देश को लूटने का काम किया है। कि ये तो एक गलती किसकी है? गुजरातियों को वोट किसने डाले? नहीं, हमें क्या, हम आगे गलतफहमी में, हमें जुमलों में आगे, बकाने से आगे। इन्होंने इस किस्म सी के नारे दिए, हमने विश्वास कर लिया भाई चाय आला है, मैं चाय आला हूँ, चाय बेचने वाला गरीब आदमी है, गरीब की सोचेगा। लेकिन ये चाय बेचने वाला नहीं, इससे झूठा हिंदुस्तान में नहीं, ये संसार के अंदर इससे झूठा प्रधानमंत्री कोई न हुआ है न होगा। यदि कोई इतिहास की बातें हैं, अब हम याद कर रहे हैं ना अपने पूर्वजों को, इस तरह से इतिहास में लिखी जाएंगी कि वह दुनिया का सबसे झूठा प्रधानमंत्री कौन है, और या मोदी का नाम उसमें गिनीज बुक में आएगा। तो इसलिए आज जो है सड़कों पर बैठे, ये हमारा कोई होता, हम अपने खेतों में होते, मजदूर है ना अपनी मजदूरी करता बेचारा, और दुकानदार है अपनी दुकान खोलता, सबका सब कर्मचारी दुखी, सबके सब दुखी हैं और आज सड़कों पर बैठे क्या हैं। महसूस कर रहे हैं? 60 साल की उम्र में बुढ़ापा पेंशन लग जाती है, आपकी 85 साल की उम्र हो गई, उसके लिए आपको साइकिल पे मार्च करना मैं पड़ रहा है। 45 साल यहाँ भूख हड़ताल पे बैठा हूँ, ये टेंट है 45 साल में। और इस देश के किसानों के आगू जो हैं, उन आगू के कहने से उन्होंने कहा था जी इससे कुछ होने वाला नहीं है। यहाँ 300 शहीदी हो चुकी हैं इस आंदोलन में, आप 1-2 आदमी मर जाओगे, मोदी को क्या फर्क पड़ता अगर है? साइकिल पे आपकी उम्र बहुत है, कोई दिक्कत आ गई नहीं, रास्ते मुझे में कोई जाने- दिक्कत नहीं, मैं आज तक बीमार नहीं हुआ। मैं बीमार नहीं हुआ। मेरे पड़पोते हैं जो कि ऑस्ट्रेलिया पढ़ने के लिए गए हैं, बेटे वकील है हाई कोर्ट में चंडीगढ़। मैं कभी बीमार नहीं हुआ, और यहाँ आने के बाद में मेरे में 54 किलो वजन था, घटना चाहिए ना, लेकिन मेरा 56 किलो हो गया। मैं थोड़ा था, मुझे इतना हौसला है कि मुझे सौभाग्य है, मोदी को मुबारकबाद देता हूँ। अरे मोदी तो ने किसानों के घर पैदा हुआ था,
किसानों के लिए मर मिटूंगा। मुझे मौका मिला है इस उसमें, जैसे ये मरना तो कल भी है और आज भी मरना है और हमारी उम्र भी तो हो चुकी, लेकिन मेरे बेटे मेरे पोते जो ये है न किसान के उसमें मजदूरों के बेटे, ये क्या खाएंगे, मेरे को लानत देंगे और इसी उसमें मर जाऊंगा तो देश के किसान के लिए तो मेरे को है न तिरंगे में लिपट कर जाऊंगा। मुझे बड़ी खुशी है। इस आदमी ने है सारा देश का, मैं हरियाणा का रहने वाला हूँ, राजनीतिक लोगों ने इतना दवेश फैला दिया था हरियाणा के लोग अलग हैं, पंजाब के अलग हो, हमारा एक खून है, हम है न कमेरे लोग हैं, हिंदू मुस्लिम सिख ईसाई। देश की आज़ादी में क्या सभी लोगों ने नहीं किया? क्या आरएसएस वालों ने ही किया था? इन्होंने देश के लिए जब देशभक्त थे उनके खिलाफ गवाहियाँ दी थी। ये आतंकवादी हैं, ये इनको पाकिस्तानी आतंकवादी खालिस्तानी माओवादी किस तरह का पहचान तार पीड़ो करने के लिए आंदोलन टूट जाए। लेकिन हम भुगत भोगी हैं हरियाणा के लोग। हमने 4 साल पहले एक आंदोलन किया था, जाट आंदोलन, यही खट्टर और यही मोदी प्रधानमंत्री था, उसके अंदर 32 लोगों को गोलियों से भून दिया था खट्टर ने, और उसमें गलत आदमी भेज के छोटे छोटे दुकानदारों की दुकानें जला दी गई थी, हमारे आदमी नहीं थे, उसको फेल करने के लिए। इसी तरह से हमने देखा जब शंभू बॉर्डर पर आए मेरे पंजाब के किसान भाई जो कि काले कानूनों को रद्द कराने के लिए आए थे, कोई लड़ने के लिए नहीं आए, शांति प्रिय ढंग से, जो देश का राजा हो उसी के पास तो आएंगे, तो उसमें आए, इन लोगों को वहाँ बैरिकेड लगाए, सड़कें तोड़ी गई जेसीबी से और पानी की बुछारें सर्दी के मौसम में पो माह में। लेकिन हमने भाइयों को साथ कंधे से कंधा मिला करके, भाइयों हम समझ चुके हैं कि भैया इन आंदोलन को ख़त्म करना चाहते हैं, हमारा जो है एक नारा है, एक हमारी मांग है, भाई हमें काले कानून ख़त्म कराएंगे और एमएसपी को पक्का कराएंगे। भाई एमएसपी जो 6% लोगों को मिलती है, ये है 100 के 100% को मिलनी चाहिए। ਜੀ ਧੰਨਵਾਦ ਜੀ। ਹਾਂਜੀ, ਇਹ ਸਾਨੂੰ ਬਜ਼ੁਰਗ ਜੋ ਕਿ ਹਰਿਆਣੇ ਤੋਂ ਨੇ, ਇਹਨਾਂ ਦਾ ਕਹਿਣਾ ਹੈ ਕਿ ਐਮਐਸਪੀ ਦੇ ਕਾਨੂੰਨ ਪੱਕਾ ਕਰਾਵਾਂਗੇ ਤੇ ਕਾਲੇ ਕਾਨੂੰਨ ਰੱਦ ਕਰਾਵਾਂਗੇ। ਬਾਪੂ ਜੀ ਨੇ ਸਾਡੇ ਨਾਲ। ਹਾਂਜੀ, ਕੀ ਨਾਮ ਹੈ ਜੀ? ਕੰਤਪਾਲ ਸਿੰਘ ਹੈ ਜੀ। ਕਿਹੜੀ ਜਗ੍ਹਾ ਤੋਂ? ਸਮਰਾਲੇ ਦੇ ਨਾਲ, ਲੁਧਿਆਣਾ ਜ਼ਿਲ੍ਹਾ ਸਾਡਾ, ਸਮਰਾਲਾ ਤਹਿਸੀਲ ਹੈ, ਪਿੰਡ ਖੱਟਰਾਂ ਜੀ। ਉੱਥੋਂ ਸਾਈਕਲ ਤੇ ਆਏ ਹਾਂ ਅਸੀਂ, ਲੋਕਾਂ ਨੂੰ ਇਕੱਤਰ ਕਰਾਂਗੇ, ਕਾਲੇ ਕਾਨੂੰਨ ਵਾਪਸ ਕਰਾਵਾਂਗੇ। ਕਿੰਨੀ ਉਮਰ ਆ ਬਾਪੂ ਜੀ? 70 70 ਸਾਲ ਦੀ ਉਮਰ ਆ ਬਾਪੂ ਜੀ। ਸਾਈਕਲ ਤੇ ਤੁਸੀਂ ਆਏ ਹੋ, ਨੌਜਵਾਨਾਂ ਨੂੰ ਵੀ ਪਿੱਛੇ ਛੱਡਤਾ। ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਆ ਜਿਹੜਾ ਇੱਕ ਜਗ੍ਹਾ ਤੋਂ ਜਾਣ ਲਈ ਉਹਨੂੰ ਮਹਿੰਗੀਆਂ ਗੱਡੀਆਂ ਤੇ ਵੱਡੇ ਵੱਡੇ ਜਹਾਜ਼ਾਂ ਦੀ ਲੋੜ ਪੈਂਦੀ ਆ, ਪਰ ਤੁਸੀਂ ਰਿਕਾਰਡ ਤੋੜਤਾ। ਬਿਲਕੁਲ ਸ਼ੱਕ ਨਹੀਂ ਇਹਦੇ ਵਿੱਚ, ਅਸੀਂ ਇਹ ਸਾਡੇ ਹੌਸਲੇ ਬੁਲੰਦ ਹੈ, ਅਸੀਂ ਆਪਣੇ ਮਿਸ਼ਨ ਦੇ ਵਿੱਚ ਸਫਲ ਹੋਵਾਂਗੇ। ਇਹ ਕਾਲੇ ਕਾਨੂੰਨ ਵਾਪਸ ਕਰਾ ਕੇ ਫੇਰ ਹੀ ਸਾਹ ਲਵਾਂਗੇ, ਹੁਣ ਜੇ ਰੁਕਦੇ ਨਹੀਂ। ਇਹ ਨੌਜਵਾਨਾਂ ਦੇ ਨਾਲ ਕੰਨਿਆ ਕੁਮਾਰੀ ਤੋਂ ਜਿਹੜਾ ਕਸ਼ਮੀਰ ਤੱਕ ਸਾਈਕਲ ਮਾਰਚ ਆ ਉਹ 'ਚ ਵੀ ਸਹੀ ਗੱਲ ਹੈ, ਸਭ ਤੋਂ ਮੂਹਰੇ ਮੈਂ ਹੋਊਂਗਾ ਜੀ। ਹਾਂ, ਕੰਨਿਆ ਕੁਮਾਰੀ ਤੋਂ ਕਸ਼ਮੀਰ ਤੱਕ ਸਾਈਕਲ ਯਾਤਰਾ ਤੇ ਸਭ ਤੋਂ ਮੂਹਰੇ ਮੈਂ ਹੋਊਂਗਾ ਜੀ। ਹੋਰ ਦੱਸੋ, ਕੋਈ ਦਿੱਕਤ ਵੀ ਆ ਸਕਦੀ ਆ, ਉਮਰ ਬਹੁਤ ਹੋ ਗਈ, ਕਿਉਂਕਿ 60 ਸਾਲ ਦੀ ਉਮਰ 'ਚ ਬੁਢਾਪਾ ਪੈਨਸ਼ਨ ਲੱਗ ਜਾਂਦੀ ਆ। ਕਹਿੰਦੇ ਨੇ ਘਰੇ ਬੈਠ ਕੇ ਖਾਓ, ਬਜ਼ੁਰਗਾਂ ਨੂੰ ਕੋਈ ਕੰਮ ਕਰਨ ਦੀ ਲੋੜ ਨਹੀਂ। ਸਾਡੇ ਉਹ ਕਾਨੂੰਨ ਹਾਲੇ ਉਸ ਤਰ੍ਹਾਂ ਲਾਗੂ ਨਹੀਂ ਹੋਏ, ਪਰ ਵਿਦੇਸ਼ਾਂ 'ਚ ਇਹ ਕਾਨੂੰਨ ਚੱਲ ਰਹੇ ਨੇ। ਪਰ ਤੁਹਾਡੀ ਉਮਰ 70 ਸਾਲ ਹੋ ਗਈ ਆ। ਬਿਲਕੁਲ, ਮੈਨੂੰ ਤਾਂ ਅਜੇ ਜਵਾਨੀ ਹੁਣ ਸ਼ੁਰੂ ਹੋਈ ਆ ਜੀ। ਹਾਂ, ਮੈਨੂੰ ਬੁਢਾਪਾ ਨਹੀਂ, ਮੇਰੀ ਤਾਂ ਜਵਾਨੀ ਸ਼ੁਰੂ ਹੋਈ ਆ। ਮੈਂ ਹੁਣ ਯਾਤਰਾ ਸ਼ੁਰੂ ਕਰਨੀ, ਲੋਕਾਂ ਨੂੰ ਇਕੱਤਰ ਕਰਨਾ, ਇਹ ਕਾਲੇ ਕਾਨੂੰਨ ਵਾਪਸ ਕਰਾਉਣੇ ਆ ਜੀ। ਹਾਂ, बच्चों का भी तो ਹਾਂਜੀ, ਕੀ ਨਾਮ ਹੈ ਜੀ? ਮੇਰਾ ਨਾਮ ਹੈ ਤਰਲੋਚਨ ਸਿੰਘ, ਪਿੰਡ ਧੂਲਕਾ, ਤਹਿਸੀਲ ਬਾਬਾ ਬਗਾਲਾ, ਜ਼ਿਲ੍ਹਾ ਅੰਮ੍ਰਿਤਸਰ। ਹਾਂ, ਤਰਲੋਚਨ ਸਿੰਘ ਜੀ, ਕਿਸ ਤਰ੍ਹਾਂ ਦੇਖ ਰਹੇ ਹੋ? ਇੱਕ ਵੱਖਰਾ ਉਪਰਾਲਾ ਕੀਤਾ ਜਾ ਰਿਹਾ ਹੈ, ਜਦੋਂ ਬਜ਼ੁਰਗਾਂ ਨੂੰ ਕਿਹਾ ਜਾਂਦਾ ਹੈ ਕਿ ਤੁਹਾਨੂੰ ਬੁਢਾਪਾ ਪੈਨਸ਼ਨ ਲੱਗ ਗਈ ਹੈ, ਕੋਈ ਕੰਮ ਕਰਨ ਦੀ ਲੋੜ ਨਹੀਂ, ਤੁਸੀਂ ਘਰਾਂ 'ਚ ਬੈਠ ਕੇ ਆਰਾਮ ਨਾਲ ਖਾਓ, ਤੁਹਾਨੂੰ ਖਰਚਾ ਘਰ 'ਚ ਦਿੱਤਾ ਜਾਊਗਾ ਸਰਕਾਰਾਂ ਵੱਲੋਂ। ਇੱਥੇ ਚਾਹੇ ਨਹੀਂ ਦਿੱਤਾ ਜਾਂਦਾ ਸਾਡੇ ਦੇਸ਼ 'ਚ, ਪਰ ਵਿਦੇਸ਼ਾਂ 'ਚ ਇਹ ਸਕੀਮਾਂ ਲਾਗੂ ਨੇ। ਪਰ ਅੱਜ ਆਪਣੇ ਹੱਕ ਲੈਣ ਲਈ ਬਜ਼ੁਰਗਾਂ ਨੂੰ ਸਾਈਕਲਾਂ 'ਤੇ ਮਾਰਚ ਕਰਨੇ ਪੈ ਰਹੇ ਨੇ। ਚਲੋ, ਜਿਹੜੇ ਸਾਡੇ ਬਜ਼ੁਰਗ ਸੀ ਜਾਂ ਸਾਡੇ ਬਾਬੇ ਸੀ, ਉਹ ਵੀ ਸਾਈਕਲਾਂ 'ਤੇ ਚੱਲਦੇ ਹੁੰਦੇ ਸੀ ਉਸ ਸਮੇਂ। ਤੇ ਜੇ ਹੁਣ ਮੋਦੀ ਸਾਹਿਬ ਨੇ ਇਹੋ ਜਿਹਾ ਟਾਈਮ ਲਿਆਂਦਾ, ਉਹ ਫਿਰ ਝੱਲਣਾ ਪੈਣਾ ਨਾ ਸਰੀਰ ਦੇ ਉੱਪਰ, ਜੋ ਸੁੱਖ ਦੁੱਖ ਸਰੀਰ ਦੇ ਉੱਪਰ ਝੱਲਣੇ ਪੈਂਦੇ। ਪਰ ਜਿਹੜਾ ਵਾ ਇੱਕ ਵਾਰੀ ਮੋਦੀ ਸਾਹਿਬ ਨੂੰ ਵੀ ਨਾਨੀ ਚੇਤੇ ਕਰਾ ਦੇਵਾਂਗੇ ਜੀ। ਇਹ ਨਹੀਂ ਕਿ ਵੀ ਜਾਂਦੇ ਕਾਨੂੰਨ ਰੱਦ ਨਹੀਂ ਹੋਣੇ। ਜੇ ਇਹ ਪਬਲਿਕ ਵੋਟਾਂ ਪਾ ਕੇ ਪ੍ਰਧਾਨ ਮੰਤਰੀ ਜਾਂ ਉਹ ਲੋਕ ਸਭਾ ਬਣਾ ਸਕਦੀ ਆ, ਤੇ ਇਹ ਕੋਈ ਬਾਦਸ਼ਾਹੀ ਜਾਂ ਰਾਜੇ ਦਾ ਰਾਜ ਨਹੀਂ ਹੈਗਾ। 5 ਸਾਲਾਂ ਬਾਅਦ ਪਲਟੀ ਵੱਜ ਜੂਗੀ, ਆਪੇ ਕਾਨੂੰਨ ਰੱਦ ਹੋ ਜਾਣਗੇ। ਇਹ ਜਾਣ ਵਾਲੇ ਤਾਂ ਨਹੀਂ। ਅੱਜ ਮੇਰੀ ਟਰਾਲੀ ਖੜੀ ਆ, 30 ਤਰੀਕ ਤੋਂ ਅਸੀਂ ਆਏ ਆ ਇੱਥੇ, ਕਿੰਨੇ
2.5 ਮਹੀਨੇ ਸਾਨੂੰ ਇੱਥੇ ਹੋ ਗਏ ਆ। ਅਜੇ ਵੀ ਮੇਰਾ 20-25 ਹਜ਼ਾਰ ਦਾ ਮਾਲ ਉਹਦੇ ਵਿੱਚ ਪਿਆ, ਹੁਣ ਆਟਾ ਅਜੇ ਪਿਆ 3 ਮਹੀਨੇ ਉਹ ਚੱਲੇ ਆ, ਅਜੇ 2 ਬੋਰੇ ਆਟੇ ਦੇ ਪਏ। ਰਾਸ਼ਨਾਂ ਦੇ ਮੁੱਕ ਜੂਗਾ। ਉਹ ਜੋ ਆ ਨਾ ਸਭ ਝੂਠੀਆਂ ਚਾਲਾਂ ਚਲਾ ਰਹੇ ਆ। ਆਂਦੇ ਫੰਡ ਆ ਗਿਆ, ਫੰਡ ਕਿੱਥੋਂ ਆ ਜਾਣਾ? ਜੇ ਚਲੋ ਦੇ ਵੀ ਦਿੱਤਾ ਕਿਸੇ ਨੇ, ਬਾਹਰੋਂ ਮੁੰਡਿਆਂ ਨੇ ਭੇਜਤਾ, ਸਾਡੇ ਮੁੰਡੇ ਗਏ ਆ ਨਾ, ਕੁੜੀਆਂ ਮੁੰਡੇ ਸਾਡੇ ਗਏ, ਜੇ ਉਹਨਾਂ ਭੇਜਦਾ ਕੀ ਹੋ ਗਿਆ? ਜੇ ਸਾਨੂੰ ਨਾ ਵੀ ਭੇਜਣਗੇ, ਫੰਡ ਦੀ ਇੱਥੇ ਕੋਈ ਕਮੀ ਨਹੀਂ ਹੈਗੀ। ਇਹ ਆਂਦੇ ਨਾ ਫੰਡ ਇਹਨਾਂ ਨੇ ਪੂਰਾ ਜ਼ੋਰ ਆਪਣੀਆਂ ਪੂਰੀਆਂ ਏਜੰਸੀਆਂ ਜਿਹੜੀਆਂ ਵਪਾਰੀ ਤੇ ਹਰ ਇੱਕ ਤੇ ਇਹਨਾਂ ਨੇ ਲਾਗੂ, ਟਰਾਂਸਪੋਰਟ ਤੇ ਪੈਟਰੋਲ ਪੰਪ ਵਾਲਿਆਂ ਨੂੰ ਪਾਣੀ ਬੰਦ ਕਰ ਤੋਂ ਲਾਗੂ ਕਰਤਾ। ਸਰਕਾਰ ਤੇ ਮੰਨਦੀ ਆ ਨਾ ਵੀ ਜਿਹੜੇ ਕਿਸਾਨ ਆ ਉਹ 14 ਤੋਂ 15 ਕਰੋੜ ਹੈਗੇ ਨੇ ਇੰਡੀਆ ਦੇ ਵਿੱਚ। ਸਹਿਮਤ ਇਸ ਗੱਲ ਨਾਲ ਤੁਸੀਂ ਮੇਰੇ ਨਾਲ? ਜੀ। ਜੇ 15 ਕਰੋੜ ਕਿਸਾਨ ਹੈਗੇ ਆ, ਉਹਦੇ ਵਿੱਚੋਂ 4 ਕਰੋੜ ਕਿਸਾਨ ਆ। ਜੇ ਅਸੀਂ ਉਹਨਾਂ ਕੋਲ ਆਖੀਏ 5 ਰੁਪਏ ਸਾਨੂੰ ਦੇ ਦਿਓ ਮਹੀਨੇ ਦੇ, 4 ਕਰੋੜ ਦੇਣ ਕਿੰਨਾ ਰੁਪਈਆ ਹੋ ਜਾਊਗਾ? 20 ਕਰੋੜ ਹੋ ਜਾਊਗਾ। ਸਾਡਾ 70 ਲੱਖ ਤੇ ਨਹੀਂ ਇੱਥੇ ਖਰਚਾ ਆਉਣ ਡਿਆ। ਉਹਨਾਂ ਦਾ ਦਿਮਾਗ ਜਿਹੜਾ ਵਾ ਨਾ ਸਰਕਾਰ ਦਾ, ਉਹ ਜਿਹੜਾ ਵਾ ਕਹਿ ਰਹੇ ਨੇ ਇਹਨਾਂ ਨੂੰ ਨੌਲੇਜ ਨਹੀਂ, ਗੁੰਮਰਾਹ ਕੀਤੇ ਹੋਏ ਲੋਕ ਨੇ। ਕਿਸਾਨ ਤਾਂ 26 ਤੋਂ ਬਾਅਦ ਵਾਪਸ ਚਲੇ ਗਏ, ਇਹ ਤਾਂ ਜਿਹੜੇ ਦੇਸ਼ ਵਿਰੋਧੀ ਤਾਕਤਾਂ ਵੱਲੋਂ ਗੁੰਮਰਾਹ ਕੀਤੇ ਗਏ ਲੋਕ ਨੇ ਉਹ ਨੇ। ਸਾਨੂੰ ਨੌਲੇਜ ਨਹੀਂ, ਸਾਡਾ ਦਿਮਾਗ ਹੀ ਖਰਾਬ ਹੋ ਗਿਆ। ਅਸੀਂ ਮਿੱਟੀ 'ਚ ਰਹਿ ਗਏ, ਗਰਮੀ ਠੰਡ ਦੇ ਵਿੱਚ ਫਸਲਾਂ ਪਾਲਦੇ ਹਾਂ, ਆਲੂ ਬੀਜ ਕੇ ਉਹਨੂੰ 70-80 ਦਿਨਾਂ 'ਚ ਅਸੀਂ ਪੁੱਟਦੇ ਹਾਂ, ਤੇ ਸਾਡੇ ਕੋਲ ਲੈਂਦੇ 3 ਰੁਪਏ ਤੇ 20 ਗ੍ਰਾਮ ਦਾ ਪੈਕਟ, ਇਹ 50 ਗ੍ਰਾਮ ਦਾ ਪੈਕਟ ਸਾਨੂੰ ਦਿੰਦੇ ਆ 20 ਰੁਪਈਆਂ ਦਾ। ਅਸੀਂ ਮੂਰਖ, ਸਰਕਾਰ ਮੂਰਖ ਆ ਜਾਂ ਕੋਆਪਰੇਟ ਕਹਾਣੇ ਮੂਰਖ ਆ। ਉਹ ਆਂਦੇ ਦੁੱਧ ਆ ਪ੍ਰਾਈਵੇਟ ਆ, ਢੇੜੀਆਂ ਕੀ ਕੋਈ ਭੈਂਸ ਖੋਲ ਕੇ ਲੈ ਗਿਆ, ਕੋਈ ਗਾਂ ਖੋਲ ਕੇ ਲੈ ਗਿਆ। ਉਹ ਜਿਹੜੇ ਜਿੰਨੇ ਦਾ ਉਹ ਦੁੱਧ ਲੈਂਦੇ ਆ, ਜੇ ਉਹ 50 ਰੁਪਏ ਦਾ ਮੱਝ ਦਾ ਦੁੱਧ ਲੈਂਦੇ ਆ, 50 ਰੁਪਏ ਦਾ ਘਿਓ ਕੱਢਦੇ ਵਿੱਚੋਂ 17 ਰੁਪਏ ਦੀ ਸਾਨੂੰ ਲੱਸੀ ਵੇਚਦੇ ਆ। ਜੀ ਕੀ ਸਾਡਾ ਦਿਮਾਗ ਖਰਾਬ ਆ ਗਿਆ ਸਰਕਾਰ ਦਾ ਜਾਂ ਦਿਮਾਗ ਖਰਾਬ ਆ ਜਿਹਨੇ ਕਾਨੂੰਨ ਬਣਾਇਆ? ਇਹ ਸਮਝਦੀ ਰਹੀ ਮੂਰਖ ਆ। ਚਲੋ ਬਜ਼ੁਰਗ ਹੀ ਉਹਨਾਂ ਨੂੰ ਨਹੀਂ ਅਨਪੜ੍ਹ ਹੈਗੇ, ਕੰਮ ਕਰਾਈ ਗਏ, ਵਪਾਰੀ ਵੀ ਲੁੱਟੀ ਗਏ। ਹੁਣ ਜਿਹੜੇ ਨੌਜਵਾਨ ਇਹੋ ਜਿਹੇ ਆ ਨਾ, ਇਹ ਪੜ੍ਹ ਲਿਖ ਕੇ ਵਿਦੇਸ਼ਾਂ 'ਚ ਚਲੇ ਗਏ ਆ, ਉਹ ਦਿਮਾਗ ਤੋਂ ਕੰਮ ਲੈਂਦੇ ਆ। ਉਹ ਪਹਿਲੀ ਨਹੀਂ ਇਹ ਰਹਿ ਗਈ ਨੌਜਵਾਨ ਇੰਡੀਆ ਦੀ ਪੀੜ੍ਹੀ, ਇਹ ਬਲ ਚੁੱਕਾ। ਸਰਕਾਰ ਨੂੰ ਵੀ ਬਲਣਾ ਪੈਣਾ, ਬੜੀ ਲੁੱਟ ਖਸੁੱਟ ਨਾ ਕੀਤੀ ਆ। ਬਹੁਤ ਖੂਨ ਇਹਨਾਂ ਨੇ ਚੋੜਿਆ ਪਬਲਿਕ ਦਾ। ਤੁਸੀਂ ਆਂਦੇ ਪੈਨਸ਼ਨ ਇਹ ਕੀ ਦਿੰਦੇ ਆ? 700 ਰੁਪਈਆ ਪੈਨਸ਼ਨ, ਉਹ ਵੀ ਪਤਾ ਨਹੀਂ ਉਹ MLA ਨੇ ਆਖਣਾ ਮੈਂ ਮੰਨਣੀ, ਦੂਜੇ ਨੇ ਮੰਨਣਾ। ਸਾਨੂੰ ਤਾਂ ਭਿਖਾਰੀ ਬਣਾ ਰੱਖਿਆ। ਆਹ 2 ਰੁਪਏ ਕਿਲੋ ਕਣਕ ਦਿੰਦੇ ਆ ਪੰਜਾਬ ਦੇ ਵਿੱਚ। MLA ਕਣਕ ਵੰਡੂਗਾ ਜੀ, ਅੱਗੇ ਡਿਪੂਆਂ 'ਚ ਵੰਡਦੇ, ਸਰਪੰਚ ਵੰਡੂ ਜੀ, ਸਰਪੰਚ ਆਪੋਜੀਸ਼ਨ ਉਹਨੂੰ ਨਹੀਂ ਵੰਡਣ ਦੇਣੇ, MLA ਆਊਗਾ। ਕਿ MLA ਦੀ ਜਿਹੜੀ ਪੈਨਸ਼ਨ 50,000 ਰੁਪਈਆ ਉਹਦੀ ਲਾ ਜਾਂਦੀ ਆ, 5 ਸਾਲ ਉਹ ਲੁੱਟ ਕੇ ਖਾ ਜਾਂਦਾ। ਸਾਈਕਲਾਂ ਤੇ ਮਾਰਚ ਕੱਢਿਆ ਜਾ ਰਿਹਾ ਜੀ। ਜੇ ਕੋਈ ਰਸਤੇ 'ਚ ਦਿੱਕਤ ਆਉਂਦੀ ਆ, ਪ੍ਰਸ਼ਾਸਨ ਵੱਲੋਂ ਰੋਕਿਆ ਜਾਂਦਾ ਹੈ, ਕਿਉਂਕਿ ਪਹਿਲਾਂ ਸਾਡੇ ਨੌਜਵਾਨ ਗਏ ਸੀਗੇ ਯੂਪੀ 'ਚ, ਉਹਨਾਂ ਨੂੰ ਅਰੈਸਟ ਕੀਤਾ ਗਿਆ, ਉਸ ਤੋਂ ਬਾਅਦ ਸਿਮਲੇ ਕੀਤਾ ਗਿਆ। ਉਹ ਇਦਾਂ ਦਾ ਹੀ ਪ੍ਰਚਾਰ ਕਰਨ ਗਏ ਸੀਗੇ। ਜੇ ਕੋਈ ਦਿੱਕਤ ਆਉਂਦੀ ਆ ਰਸਤੇ 'ਚ? ਦਿੱਕਤਾਂ ਤੇ ਆਉਣੀਆਂ, ਜਦੋਂ ਇੱਥੇ ਸਿੰਘੂ ਬਾਰਡਰ ਤੇ ਵੀ ਆਏ ਦਿੱਕਤਾਂ ਤੇ ਆਈਆਂ ਹੀ ਆ ਜੀ। ਤੇ ਜੇ ਰੋਕਣਗੇ ਤੇ ਤਾਂ ਵੀ ਕੋਈ ਗੱਲ ਨਹੀਂ, ਤੇ ਜੇ ਮੌਤ ਆਉਣੀ ਆ ਤੇ ਬੁੱਢੇ ਅਸੀਂ ਤੇ ਸਭ ਕੋ ਖਾ ਪੀ ਲਿਆ। ਮੁੰਡਿਆਂ ਦਾ ਸਾਨੂੰ ਆ ਭਈ ਇਹ ਮਹਾਰਾਜ ਇਹਨਾਂ ਤੇ ਮਿਹਰ ਰੱਖੇ। ਅਸੀਂ ਤੇ ਹੁਣ ਜੋ ਵੀ ਜਵਾਨੀ ਸਭ ਕੁਝ ਵੇਖ ਲਿਆ। ਅਸੀਂ ਤੇ ਉਹ 84 ਵਾਲੇ ਦਿਨ ਵੇਖ ਲਏ, ਜਦੋਂ ਕਿ ਅਸੀਂ ਸਵੇਰੇ ਉੱਠੀਦਾ ਹੈ ਨਾ ਤੇ ਰਾਤ ਨੂੰ ਫੌਜ ਨੇ ਘੇਰਾ ਪਾਇਆ, ਉਹ ਦਿਨ ਵੇਖੇ। ਇਹ ਮੋਦੀ ਸਾਹਿਬ ਦਾ ਹੁਣ ਵੀ ਉਹੀ ਚਾਲ ਹੈਗੀ, 84 ਵਾਲੀ ਪੰਜਾਬ ਦੇ ਵਿੱਚ ਦੁਬਾਰਾ ਲਿਆਈਏ। ਤੇ ਇਹਨਾਂ ਨੂੰ ਜਿੱਦਾਂ ਉਦੋਂ ਕੁੱਟਿਆ, ਇਹ ਖਾਲਸਤਾਨੀ ਕਹਿ ਕੇ, ਅੱਤਵਾਦੀ ਕਹਿ ਕੇ ਉਹੀ ਦੌਰ ਚਲਾਉਣਾ ਚਾਹੁੰਦੇ ਸੀ। ਪਰ ਸਾਡੇ ਹਰਿਆਣੇ ਨੇ, ਬਾਕੀ ਇੰਡੀਆ ਨੇ ਸਾਥ ਦੇ ਕੇ ਉਹਦੇ ਉੱਤੋਂ ਜਿੰਨੀਆਂ ਵੀ ਇਹਨਾਂ ਚਾਲਾਂ ਚੱਲੀਆਂ, 26 ਜਨਵਰੀ ਦੀ ਹੋਰ ਵੀ ਜਿਹੜੀ ਸਾਹਿਬ ਦੇ ਵਿੱਚ ਜਿਹੜੀ ਸਰਕਾਰ ਫੇਰ ਹੋਈ ਆ, ਕਿਸਾਨ ਦਾ ਅੰਦੋਲਨ ਜਿਹੜਾ ਉਹ ਦਿਨੋਂ ਦਿਨ ਉੱਪਰ ਜਾ ਰਿਹਾ। ਜੇ ਰੋਕਣਗੇ ਫਿਰ ਕੀ ਆ? ਹੁਣ 26 ਜਨਵਰੀ ਕਈਆਂ ਨੂੰ ਉੱਦਾਂ ਨਜਾਇਜ਼ ਚੁੱਕ ਕੇ ਲੈ ਗਏ, ਇੱਥੇ ਘੁੰਮਣ ਗਏ, ਉਹਨਾਂ ਨੂੰ ਚੁੱਕ ਕੇ ਲੈ ਗਏ। ਜੇ ਅਸੀਂ ਚੱਲ ਜਾਾਂਗੇ ਫਿਰ ਕੀ ਆ? ਫਿਰ ਸਾਡਾ ਇੱਥੇ ਨਾਂ ਨਹੀਂ ਲੈਣਾ। ਜੇ ਫੜੇ ਗਏ ਤੇ ਤੁਹਾਂ ਵੀ ਵਿਖਾ ਲੈਣਾ, ਫਲਾਣੇ ਬਾਪੂ ਨੂੰ ਫੜ ਲਿਆ, ਫਲਾਣੇ ਨੂੰ। ਧੰਨਵਾਦ ਜੀ। ਬਾਪੂ ਜੀ ਨੇ ਸਾਡੇ ਨਾਲ। ਬਾਪੂ ਜੀ ਦੱਸ ਰਹੇ ਸੀਗੇ ਸਾਈਕਲ ਨੂੰ ਲੋਕ ਲਗਾ ਕੇ ਭਰਾ ਤੁਹਾਡੇ ਚਾਬੀ ਲੈ ਗਏ ਸੀਗੇ, ਕੀ ਕਾਰਨ ਹੋਇਆ ਜੀ? ਉਹ ਕਾਰਨ ਹੋਇਆ ਚਾਬੀ ਕੱਲ੍ਹ ਹੋਣੀ ਸੀ। ਅਸੀਂ ਕਿ ਇਹ ਕੱਲ੍ਹ ਕਦੋਂ ਆਈ? ਅਸੀਂ ਤਾਂ ਹੁਣੇ ਤਾਲਾ ਹੋਰ ਨਵਾਂ ਲਵਾ ਲਾਂਗੇ, ਤੋੜ ਦਿਆ ਜੀ, ਵੀ ਆਪਣਾ ਮਿਸ਼ਨ ਦੇ ਵਿੱਚ ਸਫਲ ਹੋਵਾਂਗੇ ਜੀ। ਹਾਂ, ਤੇ ਉਹ ਕਹਿੰਦੇ ਬਈ ਕੱਲ ਚਾਬੀ ਮਿਲ ਜੂਗੀ, ਘਰ ਚਲੀ ਗਈ ਸੀਗੀ ਚਾਬੀ। ਹਾਂਜੀ ਜੀ, ਬਿਲਕੁਲ ਘਰ ਚਲੀ ਗਈ ਚਾਬੀ, ਤੇ ਉਹ ਦੂਜਾ ਭਰਾ ਲੈ ਗਿਆ ਤੇ ਚਾਬੀ ਮਿਲੀ ਨਹੀਂ। ਅਸੀਂ ਤਾਲਾ ਤੋੜ ਦਿਆ, ਆਪਣੇ ਮਿਸ਼ਨ ਦੇ ਵਿੱਚ ਕਾਮਯਾਬ ਹੋਵਾਂਗੇ ਜੀ। ਧੰਨਵਾਦ ਜੀ, ਧੰਨਵਾਦ। ਹਾਂਜੀ, ਬਾਪੂ ਜੀ ਦਾ ਕਹਿਣਾ ਹੈ ਕਿ ਦੂਜਾ ਭਰਾ ਸਾਈਕਲ ਦੀ ਚਾਬੀ ਆ ਜਿਹੜੀ ਉਹ ਘਰ ਲੈ ਗਿਆ ਸੀਗਾ, ਤੇ ਉਹ ਕਹਿ ਰਹੇ ਸੀਗੇ ਕੱਲ ਆ ਜੂਗੀ। ਪਰ ਬਾਪੂ ਜੀ ਨੂੰ ਜਿਹੜਾ ਸੀਗਾ ਬਈ ਅਸੀਂ ਆਪਣੇ ਮਿਸ਼ਨ 'ਚ ਕਾਮਯਾਬ ਹੋਣਾ ਹੈ ਤੇ ਸਾਈਕਲ ਤੇ ਜਿਹੜਾ ਮਾਰਚ ਆ ਉਹ ਸਟਾਰਟ ਕਰਨਾ ਹੈ, ਤੇ ਉਹਨਾਂ ਨੇ ਜਿੰਦਾ ਤੋੜ ਕੇ ਸਾਈਕਲ ਲੈ ਕੇ ਇੱਥੇ ਨੌਜਵਾਨਾਂ ਦੇ ਨਾਲ ਪਹੁੰਚੇ ਨੇ। ਹਾਂਜੀ, ਕੀ ਨਾਮ ਹੈ ਵੀਰ ਜੀ ਆਪਣਾ? ਮੇਰਾ ਨਾਮ ਮੇਜਰ ਸਿੰਘ ਢਿੱਲੋਂ। ਮੇਜਰ ਸਿੰਘ ਜੀ, ਕੀ ਲੱਗ ਰਿਹਾ ਹੈ ਸਰਕਾਰ ਦੀਆਂ ਨੀਤੀਆਂ ਨੇ ਜਿਹੜੀਆਂ, ਕਿਸ ਤਰ੍ਹਾਂ ਦੇਖ ਰਹੇ ਹੋ? ਕਿਉਂਕਿ ਸਾਡੇ ਬਜ਼ੁਰਗ ਨੇ ਜਿਹੜੇ
85 ਸਾਲ ਦੇ ਹੋ ਗਏ ਨੇ, 70 ਸਾਲ ਦੇ ਹੋ ਗਏ ਨੇ, ਉਹਨਾਂ ਦਾ ਇਹ ਉਮਰ ਹੈ ਜਿਹੜੀ ਘਰ 'ਚ ਬੈਠਣ ਦੀ ਆ ਤੇ ਬੁਢਾਪੇ ਦਾ ਸੁੱਖ ਮਾਣਨ ਦੀ ਉਮਰ ਹੈ। ਪਹਿਲਾਂ ਬਥੇਰੇ ਕੰਮ ਕੀਤੇ ਨੇ ਉਹਨਾਂ ਨੇ, ਬੰਜਰ ਜ਼ਮੀਨਾਂ ਨੇ ਜਿਹੜੀਆਂ ਉਹ ਉਪਜਾਊ ਬਣਾਈਆਂ ਨੇ, ਟਿੱਬੇ ਢਾਲੇ ਨੇ, ਕਿਸੇ ਇਲਾਕੇ 'ਚ ਬੰਜਰ ਸੀਗੀ, ਕਿਤੇ ਵੱਡੇ ਵੱਡੇ ਟਿੱਬੇ ਸੀਗੇ, ਉਹ ਉਪਜਾਊ ਕਰੀਆਂ ਨੇ, ਅੱਜ ਸੋਨਾ ਉੱਗ ਰਹੀਆਂ ਨੇ। ਹੁਣ ਕਾਰਪੋਰੇਟ ਘਰਾਣਿਆਂ ਦੀ ਉਹਨਾਂ ਤੇ ਆਖਾਂ ਤੇ ਬਜ਼ੁਰਗਾਂ ਨੂੰ ਫਿਰ ਉਹ ਜ਼ਮੀਨਾਂ ਵਾਸਤੇ ਅੱਜ ਸੰਘਰਸ਼ ਲੜਨੇ ਪੈ ਰਹੇ ਨੇ। ਹਾਂਜੀ, ਪੈ ਰਹੇ ਨੇ। ਕੀ ਕਹੇਂਗੇ ਤੁਸੀਂ? ਕਿੱਦਾਂ ਮੋਦੀ ਸਾਹਿਬ ਨੂੰ ਇਹ ਤਿੰਨੇ ਕਾਨੂੰਨ ਰੱਦ ਕਰਨੇ ਪੈਣੇ ਨੇ ਜੀ। ਜੇ ਉਹ ਨਹੀਂ ਰੱਦ ਕਰੂਗਾ ਤਾਂ ਅਸੀਂ ਉਹਦੇ ਧੌਣ ਤੇ ਗੋਡਾ ਰੱਖ ਕੇ ਰੱਦ ਕਰਾ ਦਾਂਗੇ। ਅਸੀਂ ਗੁਰੂ ਗੋਬਿੰਦ ਸਿੰਘ ਦੇ ਬੱਚੇ ਆ ਜੀ। ਸਾਡੇ ਗੁਰੂ ਤੇਗ ਬਹਾਦਰ ਨੇ ਹਿੰਦੂਆਂ ਦੇ ਧਰਮ ਲਈ ਆਪਣਾ ਸੀਸ ਵਾਰਤਾ। ਅਸੀਂ ਵੀ ਆਪਣੇ ਬੱਚਿਆਂ ਲਈ ਆਪਣੀਆਂ ਜ਼ਮੀਨਾਂ ਸਾਡੀਆਂ ਮਾਵਾਂ ਨੇ, ਅਸੀਂ ਆਪਣੇ ਸਿਰ ਵੀ ਕੁਰਬਾਨ ਕਰ ਸਕਦੇ ਹਾਂ। ਜੀ ਜੀ ਜੀ, ਧੰਨਵਾਦ ਜੀ। ਨੌਜਵਾਨ ਨੇ ਸਾਡੇ ਨਾਲ, ਉਹਨਾਂ ਨਾਲ ਵੀ ਗੱਲ ਕਰਾਂਗੇ। ਹਾਂਜੀ, ਕੀ ਨਾਮ ਹੈ ਜੀ? जी मेरा नाम है अक्षय चौधरी। कहाँ से हैं आप? जी मैं बेसिकली हरियाणा से हूँ, हरियाणा कैथल। कितना ये वखरा उपराला कितना थोड़े मन च आया साइकिल मार्च दा? जी ये मेरे चाचा जी का विचार है, वो काफ़ी टाइम से सोच रहे थे। अब उनको ये लगा कि जिस हिसाब से पेट्रोल वगैरह महंगे हो रहे हैं तो लोगों के पास भी इतने साधन नहीं है और हमारे पास भी नहीं है। हमारे पास सीमित साधन है, जितना हमसे हुआ हमने उसकी शुरुआत कर दी। अब देखते हैं, सोच लिया तो इसे पूरा करके जाना। ਕੋਈ ਦਿੱਕਤ ਆਈ ਆ? ਪ੍ਰਸ਼ਾਸਨ ਰੋਕਦਾ ਏ ਇਦਾਂ ਦੇ ਪ੍ਰਚਾਰ ਕਰਨ ਤੋਂ? ਕਿਉਂਕਿ ਪਹਿਲਾਂ ਵੀ ਪ੍ਰਸ਼ਾਸਨ ਕਿਸਾਨਾਂ ਦੇ ਖਿਲਾਫ ਹੀ ਚੱਲ ਰਿਹਾ ਏ। ਜੇ ਰਸਤੇ 'ਚ ਕੋਈ ਦਿੱਕਤ ਆਉਂਦੀ ਆ, ਬਹੁਤ ਲੰਬਾ ਪੈਂਡ ਹੈ ਤੁਹਾਡਾ, ਤੁਸੀਂ ਬੜੀ ਦੂਰ ਤੱਕ ਜਾਣਾ ਹੈ। जी वो रास्ते की दिक्कत रास्ते में देख लेंगे जी। फिलहाल यहाँ से चलना है, अब इसे पूरा करके आना है, भले ही 1 करो या 100 करो। ठीक है जी। ਹਾਂਜੀ, ਇਹ ਸਨ ਨੌਜਵਾਨ ਨਾਲ ਬਜ਼ੁਰਗ ਨੇ। ਹੁਣ ਤੱਕ ਇਹਨਾਂ ਦਾ ਕਹਿਣਾ ਹੈ ਕਿ 40 ਦੇ ਕਰੀਬ ਜਿਹੜੇ ਸਾਡੀ ਮੈਂਬਰ ਨੇ ਉਹ ਇਕੱਠੇ ਹੋ ਚੁੱਕੇ ਨੇ, ਜੋ ਸਾਈਕਲਾਂ ਤੇ ਕੰਨਿਆ ਕੁਮਾਰੀ ਤੋਂ ਕਸ਼ਮੀਰ ਤੱਕ ਜੋ ਰੂਟ ਹੈ ਉਹ ਤੈਅ ਕਰਨਗੇ ਤੇ ਇਹਨਾਂ ਕਾਨੂੰਨਾਂ ਦੇ ਹੱਕ ਵਿੱਚ ਕਾਨੂੰਨਾਂ ਦੇ ਖਿਲਾਫ ਪ੍ਰਚਾਰ ਕਰਨਗੇ ਜਿਹੜੇ ਸੈਂਟਰ ਸਰਕਾਰ ਇਹ ਕਾਨੂੰਨ ਲੈ ਕੇ ਆਈ ਆ। ਤੇ ਜਦੋਂ ਤੱਕ ਇਹ ਕਾਨੂੰਨ ਰੱਦ ਨਹੀਂ ਹੋਣਗੇ ਅਸੀਂ ਇਦਾਂ ਦੇ ਜਿਹੜੇ ਪ੍ਰਦਰਸ਼ਨ ਨੇ, ਇਦਾਂ ਦੇ ਜਿਹੜੇ ਮਾਰਚ ਨੇ ਉਹ ਕਰਦੇ ਰਵਾਂਗੇ। ਸਾਡੇ ਨਾਲ ਹੋਰ ਵੀ ਬਜ਼ੁਰਗ ਨੇ, ਉਹਨਾਂ ਨਾਲ ਗੱਲ ਕਰਦੇ ਹਾਂ ਉਹ ਕਿਸ ਤਰ੍ਹਾਂ ਦੇਖ ਰਹੇ ਨੇ ਅੰਦੋਲਨ ਨੂੰ। ਹਾਂਜੀ, ਕੀ ਨਾਮ ਹੈ ਜੀ ਆਪਣਾ? ਮੇਰਾ ਨਾਮ ਹੈ ਗੁਰਨਾਮ ਸਿੰਘ ਜੀ, ਬਤੌਰ ਸਰਪੰਚ। ਮੈਂ ਡਿਸਟ੍ਰਿਕਟ ਰੋਪੜ ਤੋਂ ਆਇਆ ਜੀ। ਆਪਣੇ ਨਾਲ ਪਿੰਡ ਦੇ ਮੋਹਤਵਰ ਬੰਦਿਆਂ ਨੂੰ ਲੈ ਕੇ ਆਇਆ ਜੀ। ਤੇ ਅਸੀਂ ਚਾਹੁੰਦੇ ਕਾਨੂੰਨ ਆ ਜਿਹੜੇ ਰੱਦ ਹੋਣੇ ਚਾਹੀਦੇ ਆ। ਮੈਂ ਪਿੰਡ 'ਚ ਵੀ ਐਲਾਨ ਕੀਤਾ ਵੀ ਜਦੋਂ ਤੱਕ ਕਾਨੂੰਨ ਰੱਦ ਹੋ ਨਹੀਂ ਜਾਂਦੇ ਮੈਂ ਆਪਣੀ ਸਾਰੀ ਜ਼ਮੀਨ ਵੀ ਦਾਤੇ ਲਾ ਦੂੰਗਾ ਜੀ। ਪਰ ਇਹ ਕਾਨੂੰਨ ਸਰਕਾਰ ਨੂੰ ਰੱਦ ਕਰਨੇ ਪੈਣਗੇ ਤਾਂ ਕਿ ਮੈਂ ਆਪਣੇ ਲੋਕਾਂ ਤੋਂ ਹੱਥ ਬੰਨ੍ਹ ਕੇ ਉੱਥੇ ਮਾਫੀ ਮੰਗ ਸਕਾਂ ਵੀ ਅਸੀਂ ਦਿੱਲੀ ਤੋਂ ਕੁਝ ਲੈ ਕੇ ਆਏ ਹਾਂ, ਦੇ ਕੇ ਨਹੀਂ ਆਏ। ਵਾਹਿਗੁਰੂ ਜੀ ਦਾ ਖਾਲਸਾ। ਜੀ ਜੀ, ਹੋਰ ਵੀ ਸਾਡੇ ਨਾਲ ਵੀਰ ਨੇ। ਹਾਂਜੀ ਵੀਰ ਜੀ, ਕੀ ਨਾਮ ਹੈ ਜੀ? ਹਰਪਵਿੱਤਰ ਸਿੰਘ ਨਾਮ ਆ ਜੀ ਮੇਰਾ, ਬੌੜਾ ਕਲਾਂ ਪਿੰਡ, ਨਾਭਾ ਜ਼ਿਲ੍ਹਾ ਪਟਿਆਲਾ ਜੀ। ਜੀ, ਕਿਸ ਤਰ੍ਹਾਂ ਦੇਖ ਰਹੇ ਹੋ ਜੀ ਜੋ ਸੈਂਟਰ ਸਰਕਾਰ ਦਾ ਰਵੱਈਆ ਏ? ਹਰ ਇੱਕ ਵਰਗ, ਹਰ ਇੱਕ ਇਨਸਾਨ ਹੈ ਜਿਹੜੇ ਦਾ ਜ਼ਮੀਰ ਜਾਗਦਾ ਏ, ਉਹ ਕਹਿ ਰਿਹਾ ਨਹੀਂ ਗਲਤ ਹੋ ਰਿਹਾ ਏ, ਇਹ ਕਾਨੂੰਨ ਨੇ ਰੱਦ ਹੋਣੇ ਚਾਹੀਦੇ ਨੇ, ਕਿਸਾਨਾਂ ਦੀਆਂ ਮੰਗਾਂ ਮੰਨੀਆਂ ਜਾਣੀਆਂ ਚਾਹੀਦੀਆਂ ਨੇ। ਪਰ ਸੈਂਟਰ ਸਰਕਾਰ ਦੇ ਜੋ ਨੁਮਾਇੰਦੇ ਨੇ, ਖੇਤੀਬਾੜੀ ਮੰਤਰੀ ਨਰਿੰਦਰ ਤੋਮਰ, ਉਹਨਾਂ ਦਾ ਵੀ ਬਿਆਨ ਆਇਆ ਕਿ ਇਹ ਭੀੜਾਂ ਇਕੱਠੀਆਂ ਕਰਨ ਨਾਲ ਕਦੇ ਕਾਨੂੰਨ ਰੱਦ ਨਹੀਂ ਹੁੰਦੇ, ਇਹਨਾਂ 'ਚ ਸੋਧ ਹੋ ਜੂਗੀ। ਕਮੀਆਂ ਦੱਸੋ ਕੀ ਨੇ? ਨਹੀਂ, ਕਮੀਆਂ ਹੁਣ ਸਾਡੇ ਰਾਜਾ ਉਰੀ ਨੇ ਸਾਰੇ ਜਿੰਨੀਆਂ ਵੀ ਇਕਾਈਆਂ ਦੇ ਪ੍ਰਧਾਨ ਨੇ, ਸਾਡੇ ਸਾਰੇ ਸੂਝਵਾਨ ਨੇ, ਉਹਨਾਂ ਦੀ ਕਮੀਆਂ ਨੂੰ ਦੱਸਦੀਆਂ। ਉਹਨਾਂ ਨੂੰ ਤਾਂ ਇਹ ਕਹਿੰਦੇ ਨੇ ਵੀ ਸਾਨੂੰ ਖਾਲੀ ਡੱਬੇ ਦੇ ਦਿਓ, ਅਸੀਂ ਖਾਲੀ ਡੱਬਾ ਤਾਂ ਰੱਖ ਲਈਏ। ਹੁਣ ਉਹਨਾਂ ਸਾਹਮਣੇ ਤਾਂ ਇਹਨਾਂ ਨੇ ਇੱਕ ਵੀ ਕਮੀ ਵੀ ਨਹੀਂ ਆਪਦੀ ਉਹ ਕਰੀ। ਸਾਰੀਆਂ ਕਮੀਆਂ ਉਹਨਾਂ ਨੂੰ ਇਹਨਾਂ ਨੇ ਦੱਸਤੀਆਂ। ਖਾਲੀ ਡੱਬਾ ਕਹਿੰਦੇ ਵੀ ਸਾਨੂੰ ਖਾਲੀ ਡੱਬਾ ਹੀ ਸਮਾ ਦਿਓ, ਸਾਡੀਆਂ ਕਮੀਆਂ ਨੇ ਜਿਹੜੀਆਂ ਕਮੀਆਂ ਨੇ ਉਹ ਦੂਰ ਕਰਦੇ ਆ। ਜਦੋਂ ਇਹ ਗੱਲ ਕਹਿ ਰਹੇ ਵੀ ਸਾਡੀਆਂ ਕਮੀਆਂ ਨੇ ਅਸੀਂ ਦੂਰ ਕਰਦੇ ਆ, ਫਿਰ ਉਹ ਕਮੀਆਂ ਕਿਵੇਂ ਕਹਿ ਰਹੇ ਨੇ ਵੀ ਕਮੀਆਂ ਨਹੀਂ ਹੈਗੀਆਂ? ਇੱਕ ਪਾਸੇ ਤੋਂ ਉਹ ਕਹਿ ਰਹੇ ਨੇ ਤੁਹਾਨੂੰ ਵੀ ਪਤਾ ਵੀ ਸਾਡੀਆਂ ਜਿਹੜੀਆਂ ਕਮੀਆਂ ਨੇ ਸਾਤੋਂ ਦੂਰ ਕਰਾ ਲਓ, ਹਨਾ, ਸੋਧ ਕਰਾ ਲਓ ਜੋ ਬਿਨਾਂ ਚਾਹ, ਜੋ ਉਹਨੂੰ ਪਤਾ ਵੀ ਸਾਡੀਆਂ ਗਲਤੀਆਂ ਨੇ ਅਸੀਂ ਸੋਧ ਕਰਨ ਨੂੰ ਤਿਆਰ ਆ। ਫਿਰ ਇੱਕ ਪਾਸੇ ਤੁਸੀਂ ਕਹਿੰਦੇ ਹੋ ਵੀ ਉਹ ਕਹਿ ਰਹੇ ਨੇ ਵੀ ਸਾਡੀ ਕਮੀ ਨਹੀਂ ਕੋਈ, ਸਾਰੇ ਸਹੀ ਨੇ ਕਾਨੂੰਨ। ਇਹ ਜਾਰਾ ਸਾਰੇ ਹੀ ਕਾਨੂੰਨ ਗਲਤ ਨੇ, ਹਨਾ। ਤੇ ਜਿਵੇਂ ਹੁਣ ਸਾਡੇ ਵਿੱਚ ਬਹੁਤ ਭਰਾ ਵਕੀਲ ਨੇ, ਉਹਨਾਂ ਸਾਰੇ ਕਾਨੂੰਨ ਪੜ੍ਹ ਵੀ ਦੇਖ ਲਏ। ਇਹ ਬਹੁਤ ਹੀ ਧੱਕੇ ਵਾਲੇ ਕਾਨੂੰਨ ਨੇ, ਕਾਰਪੋਰੇਟ ਘਰਾਣਿਆਂ ਲਈ ਨੇ ਤੇ ਉਹਨਾਂ ਦੇ ਫਾਇਦੇ ਲਈ ਨੇ, ਕਿਸਾਨਾਂ ਲਈ ਇਹ ਇੱਕ ਵੀ ਕਾਨੂੰਨ ਨਹੀਂ ਹੈਗਾ ਇਹਦੇ ਵਿੱਚ। ਕਿਸ ਤਰ੍ਹਾਂ ਦੇਖ ਰਹੇ ਹੋ ਤੁਸੀਂ ਸਾਡੇ ਬਜ਼ੁਰਗ ਨੇ ਜਿਹੜੇ ਸਾਈਕਲ ਮਾਰਚ ਕਰ ਰਹੇ ਨੇ, ਕੰਨਿਆ ਕੁਮਾਰੀ ਤੋਂ ਕਸ਼ਮੀਰ ਤੱਕ ਜਾ ਕੇ ਸਾਈਕਲਾਂ ਤੇ ਪ੍ਰਚਾਰ ਕਰਨਾ? ਨੌਜਵਾਨ ਵੀ ਨੇ ਉਹਨਾਂ ਦੇ ਨਾਲ, ਜਿਹੜੇ ਬਜ਼ੁਰਗਾਂ ਨੇ ਸਾਰੀ ਉਮਰ ਆਪਣੀ ਹੱਡ ਬਾ ਕੇ ਮਿਹਨਤ ਕੀਤੀ, ਆਪਣੀਆਂ ਬੰਜਰ ਜ਼ਮੀਨਾਂ ਉੱਚੇ ਉੱਚੇ ਟਿੱਬੇ ਚੱਕ ਕੇ ਉਪਜਾਊ ਜ਼ਮੀਨਾਂ ਬਣਾਈਆਂ ਨੇ, ਅੱਜ ਸੋਨਾ ਉੱਗ ਰਹੀਆਂ ਨੇ, ਉਹ ਕਾਰਪੋਰੇਟ ਘਰਾਣਿਆਂ ਨੂੰ ਸਮਾਉਣ ਜਾ ਰਹੀ ਹੈ ਸਰਕਾਰ। ਕਿੱਦਾਂ ਲੱਗ ਸਮਾ ਰਹੀ ਹੈ ਜੀ? ਇਹ ਬਹੁਤ ਗਲਤ ਆ ਜੀ। ਪਰ ਜਿਹੜੇ ਬਜ਼ੁਰਗ ਨੇ ਇਹਨਾਂ ਦਾ ਜਨੂਨ ਆ,
ਕਿਉਂਕਿ ਤੁਸੀਂ ਸਿੱਖ ਇਤਿਹਾਸ ਪੜ੍ਹ ਲਓ, ਪੰਜਾਬ ਦਾ ਇਤਿਹਾਸ ਪੜ੍ਹ ਲਓ, ਪਹਿਲਾਂ ਵੀ ਬਾਬਾ ਦੀਪ ਸਿੰਘ ਉਰੀਆਂ ਨੇ ਆਪਦੇ ਖੰਡੇ ਨਾਲ ਕਿਵੇਂ ਵਾਰ ਕਰਕੇ ਇਤਿਹਾਸ ਰਚੇ ਨੇ। ਇਹ ਵੀ ਜਿਹੜੇ ਅੱਜ ਬਜ਼ੁਰਗ ਨੇ ਸਾਡੇ ਇਤਿਹਾਸ ਰਚ ਕੇ ਹੀ ਜਾਣਗੇ। ਇਹ ਇੱਕ ਅੰਦੋਲਨ ਆ ਜਿਹੜਾ ਇਹ ਇਤਿਹਾਸਕਾਰੀ ਬਣ ਚੁੱਕਿਆ। ਆਉਣ ਵਾਲੇ ਸਮੇਂ ਦੇ ਵਿੱਚ ਪੀੜ੍ਹੀਆਂ ਬੱਚੇ ਪੁੱਛਿਆ ਕਰਨਗੇ ਬਾਪੂ ਜੀ ਸੋਨੇ ਇਤਿਹਾਸ ਵਿੱਚ ਜਾ ਕੇ ਅੰਦੋਲਨ 'ਚ ਕੀ ਹਿੱਸਾ ਪਾਇਆ, ਤੇ ਆਪਣੇ ਜਿਹੜੇ ਆਪਣੇ ਮਤਲਬ ਕਿ ਬਾਪ ਨੇ ਉਹਨਾਂ ਬਾਰੇ ਵੀ ਗੱਲ ਕਰਨਗੇ, ਤੇ ਵੀ ਬਾਪੂ ਜੀ ਤੁਸੀਂ ਕਿੰਨਾ ਟਾਈਮ ਲਾਇਆ, ਪਿਤਾ ਜੀ ਤੁਸੀਂ ਕਿੰਨਾ ਟਾਈਮ ਲਾਇਆ, ਕੀ ਕੁਝ ਹੋਇਆ। ਇਹ ਜਿਵੇਂ ਪੁਰਾਣੇ ਸਮੇਂ 47 ਬਾਰੇ ਪੁੱਛਦੇ ਨੇ, ਅਸੀਂ ਬਜ਼ੁਰਗਾਂ ਨੂੰ ਪੁੱਛਦੇ ਹਾਂ। ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਸਾਡੇ ਬੱਚੇ ਨੇ ਇਹ ਸਾਨੂੰ ਵੀ ਪੁੱਛਣਗੇ ਜੀ ਵੀ ਕੀ ਕੁਝ ਹੋਇਆ ਉੱਥੇ, ਕੀ ਕਰਿਆ। ਇਹ ਜਿਹੜਾ ਅੱਜ ਦਾ ਮੋਦੀ ਆ ਇੱਕ ਔਰੰਗਜ਼ੇਬ ਆ ਜੀ, ਉਹਨੇ ਵੀ ਪੂਰੀ ਅੱਤ ਚੱਕੀ ਤੀ, ਅਖੀਰ ਦੇ ਵਿੱਚ ਉਹਦਾ ਅੰਤ ਆਇਆ। ਅੱਜ ਹਜੂਰ ਸਾਹਿਬ ਦੇ ਲਵੇ ਉਹਦੀ ਇੱਕ ਮਸਜਿਦ ਬਣੀ ਹੋਈ ਆ ਜੀ, ਉੱਥੇ ਤੁਸੀਂ ਵੀ ਚਲੇ ਜਾਓ, ਕੋਈ ਵੀ ਚਲਿਆ ਜਾਵੇ, ਉੱਥੇ ਕਹਿੰਦੇ ਉਹਨੂੰ ਜੋਤ ਜਲਾਉਣ ਲਈ ਤੇਲ ਵੀ ਨਹੀਂ, ਉਹ ਵੀ ਜਿਹੜਾ ਉੱਥੇ ਕਰਮਚਾਰੀ ਰੱਖਿਆ ਹੋਇਆ ਜੋ ਕੋਈ ਜਾਂਦਾ ਇੱਕ ਤੌਰ ਤੇ ਵੀ ਚਲੋ ਦੇਖਦਾ ਹੀ ਹੈ ਵੀ ਉਹ ਕਿੱਦਾਂ ਦੀ ਮਸਜਿਦ ਬਣੀ ਹੋਈ ਆ, ਉਹ ਹੱਥ ਅੱਡ ਕੇ ਕਹਿੰਦਾ ਵੀ ਯਾਰ ਮੈਨੂੰ ਤੇਲ ਪਾਉਣ ਲਈ ਕੁਛ ਨਾ ਕੁਛ ਦੇ ਜੋ, ਅਸੀਂ ਔਰੰਗਜ਼ੇਬ ਦੀ ਜੋਤ ਦਾ ਜਗਾ ਦਈਏ। ਪਰ ਅੱਜ ਉਹੀ ਗੁਰੂ ਸੱਚੇ ਪਾਤਸ਼ਾਹ ਜਿਹੜੇ ਬੱਚੇ ਸ਼ਹੀਦ ਹੋਏ ਉਹਨਾਂ ਦੇ ਤੁਸੀਂ ਗੁਰੂ ਘਰ ਬਾਗ ਜੋ ਲੱਖਾਂ ਹੀ ਸੰਗਤਾਂ ਉੱਥੇ, ਚਾਹੇ ਕੋਈ ਮੁਸਲਮਾਨ ਹੋਵੇ ਵੀਰ ਹੋਵੇ, ਚਾਹੇ ਹਿੰਦੂ ਹੋਵੇ, ਚਾਹੇ ਸਿੱਖ ਹੋਵੇ, ਪੇਟ ਭਰ ਕੇ ਜਾਂਦੀਆਂ ਨੇ, ਜੋਤਾਂ ਚੱਲਦੇ ਨੇ ਦੇਸੀ ਘਿਓ ਦੀਆਂ, ਕੋਈ ਟੋਟ ਨਹੀਂ। ਲੱਖਾਂ ਦੇ ਸੰਗਤ ਲਾ ਲਓ ਉੱਥੇ ਰਹਿੰਦੀ ਵੀ ਆ। ਜਦੋਂ ਕੋਈ ਜਾਂਦਾ ਲਵੋ ਦੀ ਲੰਘਦਾ ਹਨੇਰਾ ਸਵੇਰਾ ਹੁੰਦਾ ਤਾਂ ਜਾ ਕੇ ਗੁਰੂ ਘਰ ਹਰੇਕ ਸੰਗਤ ਠਹਿਰਦੀ ਆ, ਤਾਂ ਉੱਥੇ ਕੋਈ ਧਰਮ ਦਾ ਨਹੀਂ, ਕੋਈ ਜਿਹੜਾ ਮਰਜ਼ੀ ਆਵੋ ਤੇ ਜਾਓ। ਅੱਜ ਉਹੀ ਚੀਜ਼ ਆ ਇਹ ਮੋਦੀ ਨੇ ਫੜ ਰੱਖੀ ਆ। ਆਉਣ ਵਾਲਾ ਅੰਤ ਇਹਦਾ ਵੀ ਉਹੀ ਹੋਣਾ ਇਤਿਹਾਸ ਦੇ ਵਿੱਚ ਜੋ ਔਰੰਗਜ਼ੇਬ ਦਾ ਹੋਇਆ ਸੀ, ਤੇ ਅਖੀਰ ਨੂੰ ਜੋ ਵੀ ਆਪਣੇ ਅੰਦੋਲਨ ਨੇ ਸੱਚ ਨਿੱਤਰਦਾ ਆ ਹਨਾ, ਤੇ ਜ਼ੁਲਮ ਕਰਨ ਵਾਲੇ ਦਬਦੇ ਆਏ ਨੇ। ਇਹੀ ਕੁਛ ਅੱਗੇ ਵੀ ਹੋਣਾ ਵੀਰ ਜੀ। ਕਿਸ ਤਰ੍ਹਾਂ ਦੇਖ ਰਹੇ ਹੋ ਜਿਹੜਾ ਸਾਡੇ ਪ੍ਰਧਾਨ ਮੰਤਰੀ ਨੇ ਉਹਨਾਂ ਨੂੰ ਇੱਕ ਜਗ੍ਹਾ ਤੋਂ ਜਾਣ ਲਈ, ਚਾਹੇ ਉਹਨਾਂ ਨੇ 4 ਕਿਲੋਮੀਟਰ 5 ਕਿਲੋਮੀਟਰ ਜਾਣਾ ਹੈ, ਮਹਿੰਗੀਆਂ ਗੱਡੀਆਂ ਦਾ ਇਸਤੇਮਾਲ ਕਰਦੇ ਨੇ ਜਾਂ ਜਹਾਜ਼ਾਂ ਦਾ ਇਸਤੇਮਾਲ ਕਰਦੇ ਨੇ, ਬਾਈ 에ਅਰ ਜਾਂਦੇ ਨੇ, ਤੇ ਸਾਡੇ ਬਜ਼ੁਰਗ ਨੇ ਉਹਨਾਂ ਨਾਲੋਂ ਉਮਰ ਵੀ ਜ਼ਿਆਦਾ 85 ਸਾਲ ਦੇ ਬਜ਼ੁਰਗ ਨੇ, ਅੱਜ ਉਹ ਆਪਣੇ ਹੱਕਾਂ ਲਈ ਸਾਈਕਲਾਂ ਤੇ ਮਾਰਚ ਕਰ ਰਹੇ ਨੇ, ਸਾਈਕਲਾਂ ਤੇ ਪ੍ਰਚਾਰ ਕਰ ਰਹੇ ਨੇ। ਕੀ ਲੱਗ ਰਿਹਾ ਤੁਹਾਨੂੰ? ਸਾਈਕਲਾਂ ਤੇ ਦੇਖੋ ਜੀ ਇਹਨੇ ਕਿਰਤ ਕਮਾਈਆਂ ਕਰੀਆਂ ਹੋਈਆਂ ਨੇ, ਮਿਹਨਤਾਂ ਕਰੀਆਂ ਹੋਈਆਂ, ਪਰ ਜਿਹੜਾ ਅੱਜ ਆਪਾਂ ਮੋਦੀ ਕਹਿੰਦਾ ਮਹਿੰਗੇ ਗੱਡੀਆਂ ਜਾਂਦਾ ਜਹਾਜ਼ਾਂ ਜਾਂਦਾ, ਉਹ ਕਿਹਦੇ ਨੇ? ਉਹ ਵੀ ਆਪਣੇ ਹੀ ਨੇ, ਟੈਕਸ ਲਾ ਕੇ ਪੈਦਾ ਕਰੇ ਹੋਏ ਨੇ ਉਹਦੇ, ਉਹ ਕਿਹੜਾ ਉਹਦੇ ਬਾਪ ਵਾਲੇ ਨੇ ਜੀ ਹੈ। ਤੇ ਇਹ ਵੀ ਜੋ ਮੰਨ ਲਓ ਹੁਣ ਜਿਹੜੇ ਕਿਸਾਨਾਂ ਨੇ, ਚਾਹੇ ਕੋਈ ਵਪਾਰੀ ਆ, ਉਹਦੇ ਉੱਪਰ ਟੈਕਸ ਥੋਪ ਕੇ ਜਿੰਨੇ ਵੀ ਇਹ ਸਰਕਾਰੀ ਸਬਸਿਡੀਆਂ ਲੈ ਰਹੇ, ਇਹ ਆਪਣੇ ਪਬਲਿਕ ਤੋਂ ਹੀ ਲੈ ਰਹੇ ਨੇ। ਉਹ ਆਪਦੇ ਪੱਲੇ ਤੋਂ ਕੁਝ ਨਹੀਂ ਖਰਚ ਰਹੇ, ਆਪਦੇ ਤਾਂ ਬਣਾ ਰਹੇ ਨੇ। ਇਹ ਠੀਕ ਹੈ ਜੀ। ਤੇ ਕੀ ਲੱਗ ਰਿਹਾ ਇਹ ਜਿੱਦਾਂ ਸੈਂਟਰ ਸਰਕਾਰ ਦਾ ਰਵੱਈਆ ਹੈ, ਉਹ ਦੇਖ ਰਹੇ ਨੇ ਸ਼ਾਇਦ ਹਾੜੀ ਦਾ ਸੀਜ਼ਨ ਆ ਗਿਆ, ਅੱਗੇ ਕਿਸਾਨਾਂ ਨੂੰ ਜਾਣਾ ਪੈਣਾ ਆਪਣੀਆਂ ਫਸਲਾਂ ਵੱਢਣ ਦੇ ਲਈ, ਜਾਂ ਮੌਸਮ ਬਦਲ ਰਿਹਾ ਹੈ, ਗਰਮੀ ਆ ਗਈ ਆ, ਕਿਉਂਕਿ ਸਰਦੀ ਤਾਂ ਕੱਟ ਲਈ ਹੈ ਇੱਥੇ, ਤੇ ਗਰਮੀ 'ਚ ਬੜੀ ਦਿੱਕਤ ਆਉਣੀ ਆ, ਕਿਉਂਕਿ ਤਰਪਾਲਾਂ ਤਪ ਰਹੀਆਂ ਨੇ, ਲੰਗਰਾਂ ਦੇ ਵਿੱਚ ਦਾਲਾਂ ਸਬਜ਼ੀਆਂ ਨੇ ਜਿਹੜੀਆਂ ਉਹ ਵੀ ਖਰਾਬ ਹੋਣਗੀਆਂ, ਦੁੱਧ ਵੀ ਖਰਾਬ ਹੋਣਗੇ, ਬੜੀਆਂ ਦਿੱਕਤਾਂ ਆਉਣਗੀਆਂ। ਸਰਕਾਰ ਵੀ ਇਹੀ ਸੋਚ ਰਹੀ ਆ ਵੀ ਵਾਪਸ ਜਾਣਗੇ ਹੁਣ। ਨਹੀਂ, ਜਿਸ ਟਾਈਮ ਦੇਖੋ ਜੀ ਅਸੀਂ ਪੰਜਾਬ ਤੋਂ ਚੱਲੇ ਤੇ 26 ਨੂੰ ਚੱਲੇ, ਤੇ 26 ਤੋਂ ਚੱਲ ਤੇ ਅਸੀਂ ਜਦੋਂ ਚੱਲੇ ਸਾਨੂੰ ਹਰਿਆਣੇ ਵਿੱਚ ਦੀ ਕ੍ਰਾਸ ਹੋਣਾ ਪਿਆ। ਸਾਡੇ ਨਾਲ ਸਾਡੇ ਹਰਿਆਣੇ ਦੇ ਵੀਰ ਵੀ ਚੱਲੇ ਜੁਟੇ, ਇਹਨਾਂ ਨੇ ਉਸ ਟਾਈਮ ਵੀ ਬਹੁਤ ਤਾਕਤਾਂ ਲਾਈਆਂ ਵੀ ਇਹਨਾਂ ਨੂੰ ਇੱਥੇ ਰੋਕਿਆ ਜਾਵੇ ਜਾਂ ਇਹਨਾਂ ਦਾ ਅੰਦੋਲਨ ਫੇਲ ਕਰਿਆ ਜਾਵੇ, ਪਰ ਅਸੀਂ ਜਦ ਦੀ ਹੱਦ ਨੂੰ ਉਰੇ ਪਹੁੰਚ ਕੇ ਤੇ ਸਰਦੀ ਦੇ ਵਿੱਚ ਵੀ ਇਹਨਾਂ ਨੇ ਇਹ ਗੱਲਾਂ ਕਹੀਆਂ ਵੀ ਇਹ ਬਹੁਤ ਸਰਦੀ ਕੜਾਕੇ ਦੀ ਠੰਡ ਪੈਂਦੀ ਆ, ਮੁੜ ਜਾਣਗੇ, ਪਰ ਉਸ ਟਾਈਮ ਵੀ ਪ੍ਰਬੰਧ ਕਰੇ ਨੇ ਕਿਸਾਨਾਂ ਨੇ। ਲਾ ਲਓ ਬਾਬੇ ਨਾਨਕ ਦੀ ਕਿਰਪਾ, ਦੇਖੋ ਜੀ ਲੰਗਰ ਵੀ ਉਹਦੀ ਕਿਰਪਾ ਨਾਲ 20 ਰੁਪਈਆਂ ਦਾ ਲੰਗਰ ਅੱਜ 500 ਸਾਲ ਹੋ ਗਿਆ ਚੱਲਦਿਆਂ ਨੂੰ ਜੀ, ਅੱਗੇ ਵੀ ਚੱਲਦਾ ਹੀ ਰਹਿਣਾ, ਪਤਾ ਹੀ ਨਹੀਂ ਕਦੋਂ ਤੱਕ ਚੱਲਣਾ। ਪਰ ਉਸ ਟਾਈਮ ਸਰਦੀ ਵੀ ਹੰਢਾਈ ਆ, ਸਰਦੀ ਪੋਹ ਦੀਆਂ ਰਾਤਾਂ ਦੇ ਵਿੱਚ ਅਸੀਂ ਜ਼ਿਮੀਂਦਾਰ ਕਿਸਾਨ, ਜਿਹੜਾ ਵੀ ਕਿਸਾਨ ਆ ਹਨਾ, ਮਜ਼ਦੂਰ ਵੀ ਆ, ਖੇਤਾਂ ਦੇ ਵਿੱਚ ਰਾਤਾਂ ਨੂੰ ਵੀ ਫਸਲਾਂ ਪਾਣੀ ਲਾਉਂਦੇ ਨੇ, ਕਣਕ ਨੂੰ ਕੋਈ ਸਿਹਤ ਤੇ ਅਸਰ ਨਹੀਂ। ਗਰਮੀ ਦੇ ਹਾੜ ਦੀਆਂ ਧੁੱਪਾਂ ਵੀ ਹੰਢਾਉਣੇ, ਬੱਟਾਂ ਦੇ ਉੱਪਰ ਚੇਟਾ ਵੀ ਲਾਉਂ, ਖੁਦ ਅਸੀਂ ਵੀ ਲਾਉਣੇ ਆ ਯਾਰ, ਇਹ ਸਾਨੂੰ ਗਰਮੀ ਉਰੇ ਬੈਠਣੀ, ਅਸੀਂ ਤਾਂ ਇੱਕ ਕੋਈ ਐਡੀ ਗੱਲ ਨਹੀਂ। ਬਾਕੀ ਉਹ ਤੋਂ ਬਿਨਾਂ ਤੁਸੀਂ ਪਿੱਛੇ ਦੇਖਿਆ ਹੋਊ ਕਿਸਾਨਾਂ ਨੇ ਆਪਣਾ ਕਿਸਾਨ ਮਹਿਲ ਤਿਆਰ ਕਰਿਆ, ਮਤਲਬ ਕਿ ਉਹ ਬਹੁਤ ਹੀ ਜਿਵੇਂ ਆਪਾਂ ਕਹਿੰਦੇ ਏਸੀ ਵਾਲੀ ਫੀਲਿੰਗ ਆ ਰਹੀ ਆ, ਵਾਟਰਪ੍ਰੂਫ ਤਰਪਾਲਾਂ ਲਾ ਕੇ ਤਿਆਰ ਕਰਿਆ ਉਹਨਾਂ ਨੇ। ਤੇ ਇਦਾਂ ਦੇ ਉਹਨਾਂ ਨੇ 2 ਤਿਆਰ ਕਰਕੇ ਦਿੱਤੇ ਨੇ, ਇਦਾਂ ਹਜ਼ਾਰਾਂ ਹੀ ਬਣ ਜਾਣੇ ਨੇ। ਕਿਉਂਕਿ ਇਹ ਦੇਖੋ ਜਿਸ ਟਾਈਮ ਅਸੀਂ ਆਏ ਤੇ ਜੀ ਸ਼ੁਰੂਆਤ ਦੇ ਵਿੱਚ 26 ਨੂੰ ਤੇ 27 ਨੂੰ 11 ਵਜੇ ਪਹੁੰਚਦੇ, ਉਸ ਟਾਈਮ ਸਿਰਫ ਇੱਕ ਲੰਗਰ ਉਰੇ ਤਿਆਰ ਹੋਇਆ ਸੀ, ਜੋ ਆਪਣੇ ਸ਼੍ਰੋਮਣੀ ਸਿਰਸਾ ਵੱਲੋਂ ਦਿੱਲੀ ਕਮੇਟੀ ਨੇ ਉਰੇ ਸ਼ੁਰੂ ਕਰਿਆ ਸੀ। ਉਦੋਂ ਬਾਅਦ ਅੱਜ ਤੁਸੀਂ ਉਰੋਂ ਲੈ ਕੇ ਰਸੋਈ ਢਾਬਾ ਟੱਪ ਜੋ, ਪਤਾ ਹੀ ਨਹੀਂ ਕਿੰਨੇ ਕੁ ਲੰਗਰ ਨੇ। ਅੱਜ ਉਰੇ ਜਿਹੜਾ ਤੁਹਾਨੂੰ ਕਿਹਾ ਵੀ ਮਹਿਲ ਆ ਗਰਮੀ ਹੰਢਾਉਣ ਲਈ, ਏਸੀ ਮਹਿਲ ਇੱਕ ਤਰ੍ਹਾਂ ਦਾ ਏਸੀ ਵਾਲੀ ਫੀਲਿੰਗ ਆ ਰਹੀ ਆ, ਤੁਸੀਂ ਦੇਖ ਵੀ ਲਿਓ। ਉੱਦਾਂ ਦੇ ਅੱਜ 2 ਤਿਆਰ ਹੋ ਚੁੱਕੇ ਨੇ, ਇਦੋਂ ਬਾਅਦ ਹਜ਼ਾਰਾਂ ਦੀ ਗਿਣਤੀ ਵਿੱਚ ਉਹ ਤਿਆਰ ਹੋਣੇ ਨੇ, ਉਰੇ ਕੋਈ ਦਿੱਕਤ ਨਹੀਂ ਆਉਣੀ। ਤੇ ਬਾਕੀ ਬਾਹਰਲੇ ਭਰਾ ਬੈਠੇ ਨੇ ਉਹ ਤਾਂ ਪਹਿਲਾਂ ਹੀ ਕਹਿਣ ਲੱਗੇ ਤੇ ਕਹਿੰਦੇ ਕੋਈ ਲੋੜ ਨਹੀਂ ਤੁਹਾਨੂੰ ਗਰਮੀ ਜਾਣ ਵੀ, ਅਸੀਂ ਏਸੀ ਲਾ ਦਾਂਗੇ, ਐਡੀ ਕੋਈ ਗੱਲ ਨਹੀਂ ਵੀਰ ਜੀ। ਬਾਕੀ ਇਤਿਹਾਸ ਰਚਨੇ ਨੇ, ਰਚ ਕੇ ਜਾਣੇ ਨੇ, ਕਿਰਪਾ ਵਾਹਿਗੁਰੂ ਬਾਬੇ ਨਾਨਕ ਦੀ, ਖਾਲਸਾ ਵਾਹਿਗੁਰੂ ਫਤਿਹ ਜੀ। ਹਾਂਜੀ, ਇਹ ਸਨ ਵੀਰ
ਇਹਨਾਂ ਦਾ ਕਹਿਣਾ ਹੈ ਕਿ ਮੌਸਮ ਬਦਲ ਜਾਵੇ ਪਰ ਸਾਡੇ ਇਰਾਦੇ ਨੇ ਜਿਹੜੇ ਉਹ ਪੱਕੇ ਨੇ। ਜਦੋਂ ਤੱਕ ਕਾਲੇ ਕਾਨੂੰਨ ਰੱਦ ਨਹੀਂ ਹੋਣਗੇ ਅਸੀਂ ਇੱਥੋਂ ਵਾਪਸ ਨਹੀਂ ਜਾਵਾਂਗੇ। ਬਾਬੇ ਨਾਨਕ ਦਾ ਬੀਹਾਂ ਦਾ ਲੰਗਰ ਅੱਜ ਵੀ ਚੱਲ ਰਿਹਾ ਹੈ ਤੇ ਸਦੀਆਂ ਤੱਕ ਚੱਲਦਾ ਰਹੂਗਾ। ਤੇ ਨੌਜਵਾਨ ਵੀਰਾਂ ਵੱਲੋਂ ਸਾਈਕਲ ਮਾਰਚ ਕੱਢਿਆ ਜਾ ਰਿਹਾ ਜੋ 12 ਤਰੀਕ ਤੋਂ ਸਟਾਰਟ ਹੋ ਰਿਹਾ ਹੈ। ਉਹਨਾਂ ਵੱਲੋਂ ਵੀ ਸਾਰਿਆਂ ਨੂੰ ਅਪੀਲ ਕੀਤੀ ਗਈ ਹੈ ਕਿ ਜੋ ਵੀ ਜਿੰਨਾ ਵੀ ਯੋਗਦਾਨ ਪਾ ਸਕਦੇ ਨੇ ਉਸ ਸਾਈਕਲ ਮਾਰਚ ਦੇ ਵਿੱਚ ਜ਼ਰੂਰ ਆਪਣਾ ਸਾਥ ਦੇਣ ਤੇ ਕਾਲੇ ਕਾਨੂੰਨਾਂ ਦੇ ਖਿਲਾਫ ਪ੍ਰਚਾਰ ਆ ਜਿਹੜਾ ਕੰਨਿਆ ਕੁਮਾਰੀ ਤੋਂ ਲੈ ਕੇ ਕਸ਼ਮੀਰ ਤੱਕ ਕੀਤਾ ਜਾਣਾ ਹੈ ਤੇ ਇਸ ਦੇ ਵਿੱਚ ਆਪਣਾ ਸਹਿਯੋਗ ਜ਼ਰੂਰ ਦਿੱਤਾ ਜਾਵੇ। ਜੋ ਵੀਰ ਸ਼ਾਮਲ ਹੋਣਾ ਚਾਹੁੰਦੇ ਨੇ ਉਹ ਵੀ ਹੋਣ ਤੇ ਕਾਲੇ ਕਾਨੂੰਨ ਰੱਦ ਕਰਵਾਉਣ ਵਿੱਚ ਆਪਣਾ ਸਹਿਯੋਗ ਦੇਣ। ਕੈਮਰਾਮੈਨ ਜਤਿੰਦਰ ਟਿਵਾਣਾ ਦੇ ਨਾਲ ਮਨਵਿੰਦਰ ਸਿੰਘ ਟਿਵਾਣਾ, ਪੰਜਾਬੀ ਲੋਕ ਚੈਨਲ।